ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਪ੍ਰਭਾਨੀ ਅਨੇਜਾ ਤੇ ਸਾਡੀ ਖਾਸ ਪੇਸ਼ਕਸ਼ ਸਾਂਝੀ ਗੱਲਬਾਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਦੌਰਾਨ ਅਸੀਂ ਜ਼ਿਕਰ ਕਰਾਂਗੇ ਆਟਿਜ਼ਮ ਦਾ। ਪਹਿਲਾਂ ਵੀ ਇਸੇ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਚੁੱਕੇ ਹਾਂ ਕਿ ਆਟਿਜ਼ਮ ਹੁੰਦਾ ਕੀ ਹੈ, ਕਿਸ ਬਿਮਾਰੀ ਦਾ ਨਾਂ ਹੈ, ਕਿਸ ਤਰੀਕੇ ਦੇ ਨਾਲ ਹੁੰਦੀ ਹੈ ਔਰ ਕਿਹੜੀ ਏਜ ਗਰੁੱਪ ਦੇ ਵਿੱਚ ਇਸ ਨੂੰ ਵੇਖਿਆ ਜਾ ਸਕਦਾ। ਅੱਜ ਅਸੀਂ ਇਸ ਦੇ ਮੁੱਢਲੇ ਲੱਛਣਾਂ ਦਾ ਜ਼ਿਕਰ ਕਰਾਂਗੇ ਔਰ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਸਾਡੇ ਨਾਲ ਮੌਜੂਦ ਰਹਿਣਗੇ ਡਾਕਟਰ ਹਰਸ਼ਿੰਦਰ ਕੌਰ ਜੀ। ਮੈਮ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਦੌਰਾਨ। ਸਤਿ ਸ਼੍ਰੀ ਅਕਾਲ ਜੀ। ਦਰਅਸਲ ਮੈਂ ਪਹਿਲਾਂ ਸਾਰੀ ਟੀਮ ਦਾ ਧੰਨਵਾਦ ਕਰਨਾ ਚਾਹੁੰਦੀ ਸਾਂ ਕਿ ਦਰਸ਼ਕਾਂ ਨਾਲ ਰੂਬਰੂ ਹੋਣ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ। ਮੇਰੇ ਅਜੀਬ ਰੁਝੇਵੇਂ ਨੇ ਪੇਸ਼ੇ ਕਾਰਨ, ਤੇ ਜਿਸ ਤਰੀਕੇ ਤੁਸੀਂ ਲਗਾਤਾਰ ਉਹਦੇ ਨਾਲ ਐਡਜਸਟ ਕਰਕੇ ਮੈਨੂੰ ਰੂਬਰੂ ਕਰਾਉਂਦੇ ਰਹਿੰਦੇ ਹੋ ਸਾਰਿਆਂ ਨਾਲ, ਸੱਚੀ ਤਹਿ ਦਿਲੋਂ ਤੁਹਾਡਾ ਧੰਨਵਾਦ। ਤੇ ਜਿਹੜੇ ਕੈਮਰੇ ਦੇ ਪਿੱਛੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਸੋ ਅਸੀਂ ਜੇਕਰ ਸਭ ਤੋਂ ਪਹਿਲਾਂ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ, ਜਿਹੜਾ ਟੌਪਿਕ ਅਸੀਂ ਚੁਣਿਆ, ਤੁਸੀਂ ਕਿਹਾ ਇਸ ਟੌਪਿਕ 'ਤੇ ਡਿਸਕਸ਼ਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਲੋਕਾਂ ਤੱਕ ਜਾਣਕਾਰੀ ਮੁਹੱਈਆ ਕਰਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਆਟਿਜ਼ਮ ਜੇਕਰ ਜ਼ਿਕਰ ਕੀਤਾ ਜਾਵੇ, ਅਸੀਂ ਦੱਸ ਚੁੱਕੇ ਹਾਂ ਕਿ ਆਟਿਜ਼ਮ ਹੁੰਦਾ ਕੀ ਹੈ। ਤੁਸੀਂ ਦੱਸਿਆ ਸੀ ਇਸ ਪ੍ਰੋਗਰਾਮ ਦੇ ਵਿੱਚ ਕਿ ਕਿਹੜੇ ਏਜ ਗਰੁੱਪ ਦੇ ਵਿੱਚ ਇਸ ਨੂੰ ਪਾਇਆ ਜਾਂਦਾ ਹੈ ਜਾਂ ਜਾਣਿਆ ਜਾ ਸਕਦਾ। ਅੱਜ ਜੇਕਰ ਇਸ ਦੇ ਮੁੱਢਲੇ ਲੱਛਣਾਂ ਦਾ ਜ਼ਿਕਰ ਕਰੀਏ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਪਛਾਣ ਕੀਤੀ ਜਾ ਸਕਦੀ ਹੈ? ਦੇਖੋ ਪ੍ਰਭਾਨੀ ਜੀ, ਦਰਅਸਲ ਖੋਜ ਇੱਕ ਹੁਣੇ ਲੇਟੈਸਟ ਜੋ ਆਈ ਹੈ, ਕਿਉਂਕਿ ਇਹ ਨਹੀਂ ਕਿ ਇਸ ਵੇਲੇ ਹੁਣ ਆਪਾਂ ਨੂੰ ਪਤਾ ਹੀ ਹੈ, ਜਿਵੇਂ ਆਪਾਂ ਪਿਛਲੀ ਵਾਰ ਵੀ ਜ਼ਿਕਰ ਕੀਤਾ ਸੀ ਕਿ ਆਟਿਜ਼ਮ ਬਹੁਤ ਭਾਰੀ ਮਾਤਰਾ ਵਿੱਚ ਵੱਧ ਰਿਹਾ। ਕਾਰਨ ਇਹ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਨਵੇਂ ਕਾਰਨ ਵੀ ਜਮ੍ਹਾਂ ਹੋ ਚੁੱਕੇ ਨੇ, ਤੇ ਨਾਲੇ ਗੱਲ ਇਹ ਹੈ ਕਿ ਅਸੀਂ ਹੁਣ ਜਿਸ ਤਰੀਕੇ ਦੇ ਐਡਵਾਂਸਡ ਸਾਡੇ ਕੋਲ ਸਾਇੰਸ ਹੈ, ਹੁਣ ਕਾਫੀ ਜ਼ਿਆਦਾ ਆਟਿਜ਼ਮ ਦੇ ਕੇਸ ਪਛਾਣੇ ਜਾਣ ਲੱਗ ਪਏ ਨੇ। ਓਨਾ ਹੀ ਜਿਵੇਂ ਮਾਂ ਜਾਂ ਪਿਓ ਵੀ ਜਿਵੇਂ ਜਾਂ ਰਿਸ਼ਤੇਦਾਰ ਜੋ ਕਿ ਕੁਝ ਕੁ ਗਿਆਨ ਉਹ ਲੈ ਲੈਂਦੇ ਨੇ ਇੰਟਰਨੈਟ ਤੋਂ, ਸੋ ਉਹ ਵੀ ਛੇਤੀ ਸਮਝ ਜਾਂਦੇ ਨੇ ਕਿ ਕੁਝ ਗੜਬੜ ਹੈ ਬੱਚੇ ਤੋਂ, ਜਾਈਏ। ਹੁਣ ਇਹਦਾ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਆਟਿਜ਼ਮ ਦੇ ਕੇਸ ਸਾਹਮਣੇ ਆ ਰਹੇ ਨੇ, ਜਿਨ੍ਹਾਂ ਚੋਂ ਕੁਝ ਕਾਰਨ ਜੋ ਪਹਿਲੇ ਪੁਰਾਣੇ ਸਨ, ਕੁਝ ਨਵੇਂ ਐਡ ਹੋ ਗਏ ਨੇ, ਪਰ ਉਹਨਾਂ ਦਾ ਸਦਕਾ ਜਿਸ ਤਣਾਅ ਦੇ ਵਿੱਚੋਂ ਮਾਂ ਜਾਂ ਪਿਓ ਲੰਘਦੇ ਨੇ ਉਹ ਵਾਕਈ ਬਹੁਤ ਜ਼ਿਆਦਾ ਚਿੰਤਾਜਨਕ ਹੈ। ਕਿਉਂਕਿ ਜਿਸ ਮਾਂ ਨੂੰ ਤੁਸੀਂ ਸਮਝੋ ਵੀ ਤੁਸੀਂ ਵੀ ਮਾਂ ਹੁੰਦਿਆਂ ਹੋਇਆ ਸਮਝ ਸਕਦੇ ਹੋ ਕਿ ਤੁਹਾਨੂੰ ਇਹ ਕਹਿ ਦਿੱਤਾ ਜਾਵੇ ਕਿ ਇਹ ਬੱਚਾ ਨਾਰਮਲ ਨਹੀਂ ਹੈ, ਇਹਦੇ ਵਿੱਚ ਨਾਰਮਲ ਬੱਚੇ ਨਾਲ ਖੇਡਣ, ਉਹਦੇ ਨਾਲ ਜਾਂ ਤੁਸੀਂ ਪੜ੍ਹਾਈ ਵਿੱਚ ਉਹ ਪਛੜ ਜਾਏਗਾ ਜਾਂ ਬਹੁਤ ਕੁਝ ਹੋਰ ਚੀਜ਼ਾਂ ਦੱਸ ਦਿੱਤੀਆਂ ਜਾਣ, ਤਾਂ ਉਹ ਤਣਾਅ ਮਾਂ ਜਾਂ ਪਿਓ ਨੂੰ ਲੈ ਪੈਂਦਾ, ਕਿਉਂਕਿ ਉਹ ਆਪ ਹੀ ਅੱਜ ਕੱਲ੍ਹ ਦੇ ਰੁਝੇਵਿਆਂ ਵਿੱਚ ਇੰਨੇ ਜ਼ਿਆਦਾ ਆਪਣੇ ਆਪ ਨੂੰ ਬਿਜ਼ੀ ਰੱਖ ਰਹੇ ਨੇ, ਉਹਨਾਂ ਦੇ ਵਿੱਚ ਉਹਨਾਂ ਨੂੰ ਇਹ ਜਾਪੇ ਕਿ ਸਾਡਾ ਆਪਣਾ ਕੰਮਕਾਰ ਵੀ ਛੁੱਟੇਗਾ ਤੇ ਅਸੀਂ ਇਸ ਬੱਚੇ ਨੂੰ ਨਾਰਮਲ ਕਰ ਨਹੀਂ ਸਕਣ ਲੱਗੇ। ਸੋ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੂੰ ਮਾਨਸਿਕ ਤਣਾਅ ਦਿੰਦੀਆਂ ਨੇ, ਉਹ ਸਟ੍ਰੈਸ ਦੇ ਅਧੀਨ ਜਿਹੜਾ ਰਹਿੰਦੇ ਨੇ, ਉਹ ਸਗੋਂ ਆਟਿਜ਼ਮ ਦੇ ਬੱਚੇ ਉੱਤੇ ਮਾੜਾ ਅਸਰ ਪੈ ਜਾਂਦਾ ਜੀ। ਸੋ ਗੱਲ ਕਰਨੀ ਚਾਹਾਂਗੇ ਕਿ ਮਾਂ ਜਾਂ ਪਿਓ ਪਹਿਲਾਂ ਤਾਂ ਸੋਚਦੇ ਨੇ ਖਰੇ ਸਾਡੇ ਤੋਂ ਕੀ ਗਲਤੀ ਹੋ ਗਈ, ਸਾਡੇ ਘਰੇ ਪਿਛਲੇ ਜਨਮ ਦਾ ਕੋਈ ਕਸੂਰ ਹੋ ਗਿਆ। ਕਦੇ ਉਹ ਕਿਸੇ ਕੋਲ ਯਾਨੀ ਗੇੜੇ ਕੱਢਦੇ ਜਾਂਦੇ ਨੇ, ਕੋਈ ਝਾੜੇ ਕਰਵਾਉਣ, ਕੋਈ ਜੋਤਸ਼ੀਆਂ ਦੇ ਚੱਕਰ ਵਿੱਚ, ਯਾਨੀ ਕੋਈ ਅਲੱਗ-ਅਲੱਗ ਕਿਸਮਾਂ ਦੀਆਂ ਥੈਰੇਪੀਜ਼ ਦੇ ਵਿੱਚ ਉਹ ਬੱਚੇ ਦੇ ਨਾਲ ਮਾਪੇ ਜਿਸ ਤਰੀਕੇ ਰੁਲਦੇ ਨੇ, ਕੰਮਕਾਰ ਉਹਨਾਂ ਦਾ ਛੁੱਟਦਾ ਹੈ, ਜਿਵੇਂ ਉਹ ਪੈਸੇ ਦਾ ਖਰਚ ਲਗਾਤਾਰ ਹੁੰਦਾ ਜੇ, ਤੇ ਫਿਰ ਉਹਨਾਂ ਨੂੰ ਓਨੀ ਇੰਪਰੂਵਮੈਂਟ ਬੱਚੇ 'ਚ ਨਹੀਂ ਦਿਸਦੀ। ਬੜੀ ਵਾਰ ਆਪ ਵੀ, ਕਿਉਂਕਿ ਸਾਡੇ ਮੈਂਟਲ ਸਪੋਰਟ ਨਹੀਂ ਹੈ, ਢਹਿ-ਢੇਰੀ ਹੋ ਜਾਂਦੇ ਨੇ ਮਾਪੇ ਵੀ ਇਹ ਕੀ ਹੋ ਗਿਆ, ਕਿਉਂ ਹੋ ਗਿਆ। ਸੋ ਕੁਝ ਕੁ ਕਾਰਨ ਜਿਹੜੇ ਹੁਣ ਜਮ੍ਹਾਂ ਹੋਏ ਜਾਂਦੇ ਨੇ, ਕਿਉਂਕਿ ਇਹ ਤਾਂ ਪਤਾ ਹੀ ਹੈ ਪਹਿਲਾਂ ਤੋਂ ਹੀ ਆਪਾਂ ਨੂੰ ਕਿ ਜੇ ਤੁਹਾਡੇ ਜੀਨ ਆਧਾਰਿਤ ਵੀ ਇਹਦੇ ਰੋਲ ਲੱਭਿਆ ਜੇ ਕਿ ਜੇ ਪਹਿਲਾਂ ਫੈਮਿਲੀ ਵਿੱਚ ਹੈ ਜਾਂ ਪਹਿਲੇ ਬੱਚੇ ਨੂੰ ਹੈ ਤਾਂ ਉਹਨਾਂ ਵਿੱਚ ਇਹ ਵੱਧ ਹੁੰਦਾ ਜੇ। ਇਸੇ ਤਰ੍ਹਾਂ ਜੇ ਤੁਹਾਡੀ ਕੋਈ ਕੰਪਲਿਕੇਸ਼ਨ ਪ੍ਰੈਗਨੈਂਸੀ ਵਿੱਚ ਆ ਗਈ ਹੈ, ਬੱਚੇ ਨੂੰ ਪੂਰੀ ਆਕਸੀਜਨ ਨਹੀਂ ਪਹੁੰਚ ਰਹੀ ਜਾਂ ਪੂਰੇ ਤੱਤ ਨਹੀਂ ਪਹੁੰਚ ਰਹੇ, ਉਹਦੇ ਦਿਮਾਗ ਦੇ ਵਿਕਾਸ ਦੇ ਵਿੱਚ ਜਿਹੜੇ ਅੜਚਨ ਪਾ ਰਹੇ ਹੋਣ, ਉਹ ਸਾਰੇ ਦੇ ਸਾਰੇ ਆਟਿਜ਼ਮ ਵੱਲ ਬੱਚੇ ਨੂੰ ਲੈ ਜਾਂਦੇ ਨੇ। ਬਿਲਕੁਲ ਇਸੇ ਤਰ੍ਹਾਂ ਵਡੇਰੀ ਉਮਰ ਵਿੱਚ ਮਾਂ ਬਣਨ ਦੇ ਨਾਲ ਵੀ ਇਹ ਦੇਖਿਆ ਗਿਆ ਕਿ ਉਹਨਾਂ ਵਿੱਚ ਆਟਿਜ਼ਮ ਜਾਂ ਫਿਰ ਡਾਊਨ ਸਿੰਡਰੋਮ ਇਹ ਕਾਫੀ ਵੱਧ ਹੁੰਦਾ ਜੇ। ਹੁਣ ਇਸੇ ਤਰ੍ਹਾਂ ਬਹੁਤ ਅਹਿਮ ਇੱਕ ਨੁਕਤਾ ਲੱਭਿਆ ਜੇ ਮਾਂ ਦਾ ਤਣਾਅ। ਦੇਖੋ ਗਰਭ ਦੌਰਾਨ ਜੇ ਮਾਂ ਤਣਾਅ ਦੇ ਵਿੱਚ ਰਹੇ, ਬੱਚੇ ਦਾ ਸਰੀਰਕ ਵਿਕਾਸ ਵੀ ਰੁਕਦਾ ਜੇ, ਮਾਨਸਿਕ ਵਿਕਾਸ ਵੀ ਰੁਕਦਾ ਜੇ,
ਤੇ ਤੁਸੀਂ ਸਮਝ ਹੀ ਸਕਦੇ ਹੋ ਹਾਰਮੋਨ ਜਿਹੜੇ ਮਾਂ ਦੇ ਤਣਾਅ ਦੇ ਅਧੀਨ ਨਿਕਲਨੇ ਨੇ ਉਹ ਸਾਰੇ ਦੇ ਸਾਰੇ ਬੱਚੇ ਤੱਕ ਪਹੁੰਚ ਜਾਂਦੇ ਨੇ। ਸੋ ਉਹ ਇੱਕ ਮੇਜਰ ਇਸ ਵੇਲੇ ਰੀਜ਼ਨ ਲੱਭਿਆ ਜਾ ਚੁੱਕਿਆ। ਇਸੇ ਲਈ ਸਭ ਤੋਂ ਅਹਿਮ ਹੁੰਦਾ ਜੇ ਮਾਂ ਦਾ ਨਾਰਮਲ ਰਹਿਣਾ, ਕਿ ਤੁਸੀਂ ਕੋਈ ਗੱਲ ਨਹੀਂ, ਜੋ ਵੀ ਕੁਛ ਹੈ ਸਭ ਠੀਕ ਹੋਏਗਾ। ਸੋ ਇੱਕ ਸਪੋਰਟ ਸਿਸਟਮ ਜੋ ਪਹਿਲਾਂ ਸਾਂਝੇ ਘਰਾਂ ਵਿੱਚ ਹੁੰਦਾ ਸੀ, ਅੱਜ ਕੱਲ ਨਹੀਂ ਹੈ। ਕੀਮਾ ਕਰੇ ਤਾਂ ਉਹ ਹੁਣ ਕਿਉਂਕਿ ਕੱਲੀ ਮਾਂ ਜੂਝਦੀ ਹੈ, ਬਹੁਤੀਆਂ ਵਰਕਿੰਗ ਵੀ ਨੇ, ਜਿਹੜੀਆਂ ਵਰਕਿੰਗ ਨਹੀਂ ਨੇ ਉਹ ਘਰਾਂ ਦੇ ਵਿੱਚ ਕੰਮ ਤੇ ਜੁਟੀਆਂ, ਤੇ ਜਿਸ ਤਰੀਕੇ ਉਹਨਾਂ ਨੂੰ ਇਕੱਲਿਆਂ ਨੂੰ ਸਾਰਾ ਕੁਝ ਸਾਰਨਾ ਪੈਂਦਾ ਹੈ, ਤੇ ਉਹ ਸਪੋਰਟ ਜਿਹੜੀ ਮੈਂਟਲ ਸਪੋਰਟ ਘਰੋਂ ਮਿਲਣੀ ਹੁੰਦੀ ਸੀ ਉਹ ਨਹੀਂ ਹੈ। ਸੋ ਉਹ ਤਣਾਅ ਕਿ ਕੀ ਹੋਏਗਾ, ਕਿੰਜ ਹੋਏਗਾ, ਉਹ ਅਧੂਰਾ ਗਿਆਨ ਜੋ ਇੰਟਰਨੈਟ ਤੋਂ ਲੈਣ ਕਾਰਨ ਤਣਾਅ ਇੱਕ ਮੇਜਰ ਕਾਰਨ ਬਣਦਾ ਜਾਂਦਾ ਜੇ। ਫਿਰ ਇੱਕ ਹੋਰ ਕਾਰਨ 에ਅਰ ਪੋਲਿਊਸ਼ਨ, ਜੋ ਪਹਿਲਾਂ ਇੰਨੀ ਨਹੀਂ ਸੀ। ਇਸ ਵੇਲੇ ਦੇ ਕਾਰਨਾਂ ਵਿੱਚ 에ਅਰ ਪੋਲਿਊਸ਼ਨ ਜਿਹੜੀ ਹੈ ਉਹ ਮੇਜਰ ਰੋਲ ਅਦਾ ਕਰ ਰਹੀ ਹੈ, ਜਿਸ ਵਿੱਚ ਸਾਡੀਆਂ ਨਾ ਸਿਰਫ ਕਾਰਾਂ, ਬੱਸਾਂ, ਟਰੱਕ, ਉਹ ਬਲਕਿ ਬਹੁਤ ਸਾਰੀਆਂ ਫੈਕਟਰੀਆਂ ਵਿੱਚੋਂ ਜੋ ਸਾਡੇ ਇਹ ਗੰਦਗੀ ਲਗਾਤਾਰ ਬਾਹਰ ਆਉਂਦੀ ਪਈ ਹੈ। ਕੁਝ ਅਸੀਂ ਆਪ ਬਹੁਤ ਸਾਰੇ, ਕਿਉਂਕਿ ਨਿਊਕਲੀਅਰ ਵੈਪਨਸ ਜਿਨ੍ਹਾਂ ਥਾਵਾਂ ਤੇ ਹੋ ਰਹੇ ਨੇ, ਜਾਂ ਹੋਰ ਬਹੁਤ ਕੁਝ ਜੋ ਅਸੀਂ ਆਪ ਇਸ ਹਵਾ ਨੂੰ ਪ੍ਰਦੂਸ਼ਿਤ ਕਰਨ ਲਈ ਸਭ ਕੁਝ ਕਰ ਰਹੇ ਹਾਂ, ਉਹ ਅਹਿਮ ਰੋਲ ਅਦਾ ਕਰ ਰਹੇ ਨੇ ਇਸ ਵੇਲੇ। ਤੇ ਉਹਦੇ ਨਾਲ ਇੱਕ ਨੁਕਤਾ ਜੋ ਸ਼ਾਇਦ ਪਹਿਲਾਂ ਪਤਾ ਹੀ ਨਹੀਂ ਸੀ, ਪਰ ਦੇਖਿਆ ਗਿਆ ਕਿ ਜਿਸ ਇਲਾਕੇ ਵਿੱਚ ਨੇੜਿਓਂ ਮੇਜਰ ਕੋਈ ਰੋਡ ਲੰਘਦੀ ਹੋਵੇ, ਯਾਨੀ ਮੇਨ ਰੋਡ ਹੋਵੇ, ਉਹਦੇ ਨੇੜੇ ਦੇ ਘਰਾਂ ਵਿੱਚ ਤੇ ਖਾਸ ਤੌਰ ਤੇ ਜਿਹੜੇ ਜਿੱਥੋਂ ਯਾਨੀ ਹਵਾਈ ਅੱਡੇ ਦੇ ਨੇੜੇ ਜਹਾਜ਼ ਜਿੱਥੇ ਉੱਡਦੇ ਹੋਣ, ਉਹਨਾਂ ਥਾਵਾਂ ਤੇ ਜਿੱਥੇ ਨੋਇਜ਼ ਪੋਲਿਊਸ਼ਨ ਬਹੁਤ ਜ਼ਿਆਦਾ ਜੇ, ਇਹ ਦੇਖਿਆ ਗਿਆ ਕਿ ਸਭ ਤੋਂ ਵੱਧ ਉਸ ਥਾਂ ਤੇ ਇੰਸੀਡੈਂਟ ਸੀ ਕਿ ਬੱਚੇ ਇਸ ਤਰ੍ਹਾਂ ਨਾਰਮਲ ਡਿਵੈਲਪ ਨਹੀਂ ਹੋਏ। ਸੋ ਸੋਚ ਹੀ ਸਕਦੇ ਹੋ ਕਿ ਮਾਂ ਦੇ ਢਿੱਡ ਅੰਦਰ ਪਲ ਰਿਹਾ ਬੱਚਾ ਜਿਹੜਾ ਇਸ ਤਰੀਕੇ ਦੀ ਚੀਕ ਚਿੰਗਾੜ ਜਾਂ ਲਗਾਤਾਰ ਹਾਰਨ ਵੱਜਦੇ ਸਾਰਾ ਕੁਝ, ਜਾਂ ਉਹ ਐਰੋਪਲੇਨ ਦੀਆਂ ਆਵਾਜ਼ਾਂ ਨਾਲ ਕਿਸ ਤਰੀਕੇ ਮਾਂ ਦੇ ਢਿੱਡ ਅੰਦਰ ਵੀ ਉਹਦੇ ਸੈੱਲਾਂ ਦਾ ਜੋ ਪਨਪਣਾ ਹੁੰਦਾ, ਉਹਨਾਂ ਦੇ ਕਨੈਕਸ਼ਨਸ ਜਿਸ ਤਰੀਕੇ ਚ ਬਣਨੇ ਨੇ, ਉਹ ਕਨੈਕਸ਼ਨਸ ਜੁੜਦੇ ਨਹੀਂ ਠੀਕ। ਸੋ ਇਹ ਸਾਰਾ ਕੁਝ ਗੜਬੜ ਕਰਦਾ ਜੇ, ਜਿਹੜਾ ਕਾਫੀ ਅਹਿਮ ਰੋਲ ਇਸ ਵੇਲੇ ਨਿਭਾ ਰਿਹਾ ਜੇ। ਸੋ ਇਹ ਜ਼ਰੂਰੀ ਨਹੀਂ ਹੈ ਕਿ ਮਾਂ ਹੀ ਸਿਰਫ ਸਾਰੇ ਆਪਣੇ ਆਪ ਨੂੰ ਕਸੂਰਵਾਰ ਸਮਝੇ, ਪਰ ਹਾਂ ਇੱਕ ਪੱਖੋਂ ਜ਼ਰੂਰ ਮਾਂ ਕਸੂਰਵਾਰ ਹੋ ਜਾਂਦੀ ਜੇ। ਖੁਰਾਕ ਬਹੁਤ ਅਹਿਮ ਰੋਲ ਜੇ ਮਾਂ ਦੀ ਖੁਰਾਕ ਦਾ। ਤੁਸੀਂ ਹੈਰਾਨ ਹੋਵੋਗੇ ਜੇ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ ਜੰਕ ਫੂਡ ਦੀ ਉਹੀ ਗੱਲ ਕਰ ਲਈਏ ਨਾ, ਜੇ ਮਾਂ ਜੰਕ ਫੂਡ ਖਾ ਰਹੀ ਹੈ, ਤੁਸੀਂ ਇਹ ਦੇਖ ਲਓ ਕਿ ਉਹਦੇ ਸਦੀਵੀ ਸੋਚ ਤੇ ਫਰਕ ਪੈਣਾ ਜੇ ਬੱਚੇ ਦੇ, ਕਿਉਂਕਿ ਉਹਨੇ ਵੱਡਾ ਹੋ ਕੇ ਦੇਖਣ ਵਿੱਚ ਆਇਆ ਕਿ ਜਿਹੜੇ ਵੱਧ ਮਾਤਰਾ ਚ ਮਾਵਾਂ ਜੰਕ ਫੂਡਸ ਖਾ ਰਹੀਆਂ ਹੋਣ, ਉਹਨਾਂ ਦੇ ਬੱਚਿਆਂ ਨੂੰ ਉਮਰ ਭਰ ਉਹਨਾਂ ਦੀ ਮਿੱਠੇ ਵੱਲ ਤੇ ਤਲੀਆਂ ਚੀਜ਼ਾਂ ਵੱਲ ਰੁਝਾਨ ਉਹਨਾਂ ਦਾ ਵੱਧ ਹੋ ਜਾਂਦਾ ਜੇ। ਸੋ ਇਸੇ ਲਈ ਬਹੁਤ ਸਾਰੀਆਂ ਉਹਦੇ ਵਿੱਚ ਅਜਿਹੀਆਂ ਚੀਜ਼ਾਂ ਵੀ ਨੇ ਜਿਹੜੀਆਂ ਬੱਚੇ ਦੇ ਵਿਕਾਸ ਵਿੱਚ, ਖਾਸ ਤੌਰ ਤੇ ਦਿਮਾਗੀ ਵਿਕਾਸ ਵਿੱਚ ਅਸਰ ਵੀ ਪਾਉਂਦੀਆਂ ਨੇ। ਕਿਸੇ ਇੱਕ ਕਿਸਮ ਦੇ ਰੈਡੀਮੇਡ ਫੂਡਸ ਦੇ ਵਿੱਚ ਜੋ ਅਜੀਨੋ ਮੋਟੋ ਪਾਈ ਜਾਣੀ, ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਜੋ ਉਹਨਾਂ ਨੂੰ ਸਟੇਬਲਾਈਜ਼ ਕਰਨ ਲਈ ਇਹ ਜੋ ਚੀਜ਼ਾਂ ਪੈਕਡ ਕੀਤੀਆਂ ਜਾਂਦੀਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਹੀ ਮਾੜੇ ਅਸਰ ਉਹਦੇ ਤੇ ਵੀ ਦਿਖਾਉਂਦੀਆਂ ਨੇ, ਕੈਂਸਰ ਹੋਣ ਦਾ ਖਤਰਾ ਵੀ ਵਧਾਉਂਦੀਆਂ ਨੇ, ਹੱਡੀਆਂ ਕਮਜ਼ੋਰ ਕਰਦੀਆਂ ਨੇ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਧਿਆਨ ਰੱਖੀਏ ਤਾਂ ਇਸ ਤੋਂ ਬਚਾਅ ਹੋ ਸਕਦਾ। ਕੇਵਲ ਪਹਿਲੇ, ਕਿਉਂਕਿ ਆਮ ਤੌਰ ਤੇ ਜਦੋਂ ਵਡੇਰੀ ਉਮਰ ਵਿੱਚ ਸਾਨੂੰ ਪਤਾ, ਆਪਾਂ ਪਿਛਲੀ ਵਾਰ ਵੀ ਦੱਸਿਆ ਸੀ ਕਿ ਆਈ ਟੂ ਆਈ ਕੰਟੈਕਟ ਨਾ ਹੋਵੇ, ਬੱਚਾ ਆਪਣੇ ਆਪ ਵਿੱਚ ਸਿਮਟ ਕੇ ਰਹਿ ਜਾਵੇ, ਬੱਚਿਆਂ ਨਾਲ ਨਾ ਖੇਡੇ, ਉਦੋਂ ਤਾਂ ਤੁਸੀਂ ਬਹੁਤ ਸੌਖਾ ਲੱਭ ਲੈਂਦੇ ਹੋ। ਪਰ ਜੇ ਆਪਾਂ ਪਹਿਲੇ ਤੋਂ ਚੌਥੇ ਮਹੀਨੇ ਚ ਜੇ ਛੇਤੀ ਲੱਭ ਸਕੀਏ ਤਾਂ ਅਸੀਂ ਇਲਾਜ ਦੀ, ਜਿਵੇਂ ਪਿਛਲੀ ਵਾਰ ਕਿਹਾ ਸੀ, ਗੱਲ ਜ਼ਰੂਰ ਕਰਾਂਗੇ, ਉਹਦਾ ਜ਼ਿਕਰ ਕਰਨਾ ਜ਼ਰੂਰੀ ਜੇ। ਤਾਂ ਉਹ ਸਭ ਤੋਂ ਪਹਿਲੀ ਚੀਜ਼ ਜਿਹੜੀ ਹੁੰਦੀ ਜੇ, ਕਿਉਂਕਿ ਬੱਚੇ ਦੇ ਵਿੱਚ ਜੋ ਤਬਦੀਲੀਆਂ ਨਾਰਮਲ ਤੇ ਦੂਸਰੇ ਵਿੱਚ, ਜੋ ਆਮ ਤੌਰ ਤੇ ਮਾਂ ਅੱਜ ਕੱਲ, ਕਿਉਂਕਿ ਸਾਡੇ ਮੋਬਾਈਲ, ਸਾਡੇ ਇੰਟਰਨੈਟ ਸਾਡੀ ਅੱਧੀ ਜ਼ਿੰਦਗੀ ਖਾ ਚੁੱਕੇ ਨੇ, ਤੋ ਸ਼ਾਇਦ ਮਾਂ ਨੂੰ ਧਿਆਨ ਵੀ ਨਾ ਹੋਵੇ, ਪਰ ਜੇ ਕੋਈ ਖੜਕਾ ਨਾਲ ਹੋਵੇ ਤੇ ਬੱਚਾ ਤਰਬ ਕੇ ਨਾ, ਬਹੁਤ ਜ਼ਿਆਦਾ ਅਹਿਮ ਲੱਛਣ ਜੇ। ਇਹਦਾ ਮਤਲਬ ਹੈ ਜਾਂ ਤਾਂ ਉਹਦੇ ਸੁਣਨ ਦੇ ਵਿੱਚ ਕੋਈ ਗੜਬੜੀ ਹੋਈ ਜੇ, ਹੋ ਸਕਦਾ ਉਹ ਸੁਣ ਨਹੀਂ ਰਿਹਾ, ਜਿਸ ਦੇ ਵਿੱਚ ਮਾਂ ਵਿੱਚ ਕੋਈ ਬਿਮਾਰੀ, ਜਿਵੇਂ ਇੱਕ ਇਨਫੈਕਸ਼ਨ ਹੁੰਦੀ ਜੇ, ਟਾਰਚ ਇਨਫੈਕਸ਼ਨ ਮਾਂ ਦੇ ਵਿੱਚ, ਉਸ ਕਾਰਨ ਹੀ ਹੋ ਸਕਦਾ ਹੈ। ਉਹਦੇ ਕੰਨਾਂ 'ਚ ਨੁਕਸ, ਉਹਦੇ ਦਿਮਾਗ ਦੇ ਵਿੱਚ ਨੁਕਸ, ਉਹਦੇ ਦਿਲ ਵਿੱਚ ਨੁਕਸ, ਜਾਂ ਹੋਰ ਅੰਗਾਂ ਵਿੱਚ ਨੁਕਸ ਹੋ ਸਕਦੇ ਨੇ। ਸਿਰ ਛੋਟਾ ਵੀ ਹੋ ਸਕਦਾ ਹੈ, ਸੋ ਉਸ ਚੀਜ਼ ਕਾਰਨ ਵੀ ਹੋ ਸਕਦਾ। ਪਰ ਜੇ ਇਸ ਤਰ੍ਹਾਂ ਦਾ ਲੱਛਣ ਕੋਈ ਹੋਏ ਤਾਂ ਔਟਿਜ਼ਮ ਦਾ ਬਹੁਤ ਅਹਿਮ ਲੱਛਣ ਜੇ, ਕਿ ਜੇ ਤੁਹਾਡਾ ਬੱਚਾ
ਹਲਕੇ ਖੜਾਕ ਨਾਲ ਤੁਹਾਡੇ ਨੇੜੇ ਤੇੜੇ ਜੋ ਹੋ ਰਿਹਾ ਉਸ ਵੱਲ ਜੇ ਤਰਬਕ ਕੇ ਨਾ ਉਧਰ ਨੂੰ ਧਿਆਨ ਕਰੇ ਕਿ ਇਸ ਤਰ੍ਹਾਂ ਖੜਕਾ ਹੋਇਆ ਇੱਕਦਮ ਉਧਰ ਦੇਖੇ, ਰਸੋਈ 'ਚ ਭਾਂਡਾ ਡਿੱਗਿਆ ਇੱਕਦਮ ਉਧਰ ਦੇਖੇ। ਇਹ ਮੈਂ ਜ਼ਿਕਰ ਕਰ ਰਹੀ ਹਾਂ ਕਿ ਬਹੁਤ ਛੋਟੀ ਉਮਰ ਹੈ, ਯਾਨੀ ਪਹਿਲੇ ਹੂੰ ਦੂਸਰੇ ਮਹੀਨੇ ਪਹਿਲੇ ਮਹੀਨੇ ਵਿੱਚ। ਹੁਣ ਆਮ ਤੌਰ ਤੇ ਬੱਚਾ ਛੋਟੀ ਉਮਰੇ 'ਚ ਉਹਦੀ ਅੱਖ ਦੀ ਪੂਰੀ ਅਜੇ ਨਿਗਾਹ ਬਣੀ ਨਹੀਂ ਹੁੰਦੀ। ਸੋ ਆਪਾਂ ਭਾਵੇਂ ਉਹਦੇ ਬਿਲਕੁਲ ਅੱਖਾਂ ਦੇ ਨੇੜੇ ਜਾ ਕੇ ਆਪਣੇ ਆਪ ਨੂੰ ਦਿਖਾਣਾ ਚਾਹੁੰਦੇ ਹੁੰਦੇ ਆ, ਦੇਖ ਮੈਨੂੰ ਗੁਗਲੂ ਮੁਗਲੂ ਦੇਖ ਦੇਖ ਦੇਖ, ਉਹ ਵਿਚਾਰੇ ਦੀ ਉਨੀ ਫੋਕਸਿੰਗ ਨਹੀਂ ਹੁੰਦੀ ਕਿ ਇੰਨੀ ਨੇੜੇ ਉਹ ਅੱਖ ਦੇ ਦੇਖ ਸਕੇ। ਸੋ ਪਰ ਗੱਲ ਇਹ ਹੈ ਕਿ ਜੇ ਤੁਸੀਂ ਲਗਭਗ 1.5 ਫੁੱਟ ਦੂਰ ਕੋਈ ਉਹਦੇ ਚੀਜ਼ ਰੱਖਦੇ ਹੋ ਜਿੱਥੇ ਉਹ ਥੋੜੀ ਬਹੁਤ ਫੋਕਸਿੰਗ ਕਰ ਸਕਦਾ ਹੈ, ਉੱਥੇ ਜੇ ਅੱਗੇ ਉਹਦੇ ਚੀਜ਼ ਕੋਈ ਘੁੰਮ ਰਹੀ ਹੈ, ਯਾਨੀ ਇਸ ਤਰ੍ਹਾਂ ਅੱਖ ਦੇ ਅੱਗੋਂ ਇਧਰੋਂ ਤੋਂ ਇੱਧਰ ਜਾ ਰਹੀ ਹੈ, ਤੇ ਬੱਚਾ ਬਿਲਕੁਲ ਹੀ ਉਹਦੇ ਨਾਲ ਇਸ ਤਰ੍ਹਾਂ ਅੱਖ ਜਾਂ ਇੱਧਰ ਨਾ ਘੁਮਾਏ, ਦਾ ਮਤਲਬ ਸਮਝ ਲੈਣਾ ਚਾਹੀਦਾ ਹੈ ਕਿ ਉਹਦੀ ਨਿਗਾਹ 'ਚ ਫਰਕ ਹੈ ਜਾਂ ਉਹ ਅਟੈਂਸ਼ਨ ਉਨੀ ਨਹੀਂ ਦੇ ਸਕ ਰਿਹਾ। ਸੋ ਬਹੁਤ ਅਹਿਮ ਜੇ ਇਹ ਚੀਜ਼ ਜਿਹਦੇ ਨਾਲ ਇਮੀਡੀਏਟਲੀ ਵਾਰਨਿੰਗ ਸਾਈਨ ਗਿਣਦੇ ਆ ਮਾਂ ਨੂੰ ਤੁਰੰਤ ਸਮਝ ਆ ਜਾਣੀ ਚਾਹੀਦੀ ਹੈ ਕੁਝ ਗੜਬੜ ਹੈ। ਹੁਣ ਇੰਜੀ ਸਭ ਤੋਂ ਪਹਿਲੀ, ਕਿਉਂਕਿ ਕੰਟੈਕਟ ਬੱਚੇ ਦਾ ਜੋ ਕਿ ਖੋਜਾਂ ਵੀ ਦੱਸ ਚੁੱਕੀਆਂ ਨੇ ਕਿ ਮਾਂ ਦੇ ਢਿੱਡ ਅੰਦਰ ਵੀ ਪਿਆ, ਉਹਦੀਆਂ ਲੋਰੀਆਂ, ਉਹਦੀ ਆਵਾਜ਼ ਉਹ ਸਾਰੀ ਸੁਣਦਾ, ਸਮਝਦਾ, ਪਛਾਣਦਾ। ਸੋ ਬੱਚਾ ਉਸੇ ਆਵਾਜ਼ ਨੂੰ ਦੇਖ ਕੇ ਜਾਂ ਮਾਂ ਦੇ ਜੰਮਣ ਜਦੋਂ ਜੰਮ ਲਿਆ ਤਾਂ ਮਾਂ ਦੇ ਸਰੀਰ ਦੀ ਉਹਨੂੰ ਖੁਸ਼ਬੂ ਉਹਨੂੰ ਆਪਣੀ ਜਿਹੀ ਲੱਗਦੀ ਹੈ ਕਿ ਇੱਥੋਂ ਮੈਂ ਦੁੱਧ ਪੀਤਾ, ਇਸੇ ਨਾਲ ਸੀ ਇਹਦੇ ਮੈਂ ਜਿਸਮ ਦੇ ਨਾਲ ਮੇਰਾ ਜਿਸਮ ਜੁੜਿਆ। ਉਹ ਇੱਕ ਸਾਂਝ ਗੰਢ ਲੈਂਦਾ ਕਿ ਉਹ ਉਸ ਖੁਸ਼ਬੂ ਨਾਲ ਵੀ ਤੇ ਉਹਦੀ ਹਲਕੀ ਜਿਹੀ ਯਾਨੀ ਬੁਲਾਏ ਤੇ ਉਸ ਆਵਾਜ਼ ਉਹ ਤਰੰਗ ਜਿਹੜੀ ਉਹਨੇ ਮਾਂ ਦੇ ਢਿੱਡ ਅੰਦਰ ਹੀ ਸੁਣੀ ਹੁੰਦੀ ਜੇ ਉਹ ਉਸ ਤਰੰਗ ਨਾਲ ਵੀ ਝਟਪਟ ਉਹਦੀ ਆਵਾਜ਼ ਹੀ ਸੁਣੀ ਤੇ ਬੱਚਾ ਬਹੁਤ ਖੂਬਸੂਰਤ ਮੁਸਕਾਨ ਦੇ ਦਿੰਦਾ। ਪਰ ਜੇ ਇਹ 2 ਮਹੀਨੇ ਦੀ ਉਮਰ ਤੱਕ ਵੀ ਬੱਚਾ ਮਾਂ ਨੂੰ ਨਾ ਪਛਾਣੇ, ਉਹਦੀ ਆਵਾਜ਼ ਨੂੰ ਕੋਈ ਰਿਸਪੌਂਸ ਨਾ ਦੇਵੇ ਜਾਂ ਉਹਦੇ ਨਾਲ ਲੱਗ ਕੇ ਆਪਣਾ ਰੋਣਾ ਪਿੱਟਣਾ ਬੰਦ ਨਾ ਕਰੇ, ਨਾ ਮਤਲਬ ਕੁਛ ਨਾ ਕੁਛ ਗੜਬੜ ਹੈ, ਤੁਰੰਤ ਇਹਦੀ ਸੰਭਾਲ ਕਰਨੀ ਚਾਹੀਦੀ ਹੈ। ਹੁਣ ਇਸ ਤਰ੍ਹਾਂ ਦੇ ਬੱਚੇ ਨੂੰ ਜੇ ਤੁਸੀਂ ਇਮੀਡੀਏਟਲੀ ਨਹੀਂ ਕੀਤਾ, ਮਿਸਾਲ ਵਜੋਂ 3 ਮਹੀਨੇ ਦੀ ਉਮਰ ਤੱਕ ਪਹੁੰਚ ਗਿਆ, ਤਾਂ ਉਹਦੇ ਵਿੱਚ ਜਿਵੇਂ ਤੁਸੀਂ ਉਹਦੇ ਹੱਥ ਦੇ ਵਿੱਚ ਕੋਈ ਚੀਜ਼ ਇਸ ਤਰ੍ਹਾਂ ਨਿੱਕੀ ਜਿਹੀ ਫੜਾ ਦਿੱਤੀ ਹੈ ਜਿਹੜੀ ਕੋਈ ਉਹਨੂੰ ਖੜਕਾ ਕਰ ਰਹੀ ਹੈ, ਚਣਕ ਰਹੀ ਜਾਂ ਕੁਛ, ਜਿਸ ਵੱਲ ਬੱਚਾ ਧਿਆਨ ਉੱਕਾ ਹੀ ਨਾ ਦੇ ਰਿਹਾ ਪਰ ਹੱਥ ਵਿੱਚ ਫੜਾਏ ਤੇ ਵੀ ਉਹ ਫੜੇ ਨਾ ਤੇ ਇਸੇ ਤਰ੍ਹਾਂ ਹੀ ਸੁੱਟ ਦੇਵੇ, ਸਰੀਰ ਥੋੜਾ ਜਿਹਾ ਅਕੜਾ ਕੇ ਇਸ ਤਰ੍ਹਾਂ ਪਿੱਛੇ ਨੂੰ ਇੰਜ ਰੱਖਦਾ ਹੋਵੇ, ਇਹ ਚੀਜ਼ਾਂ ਵੀ ਤੁਰੰਤ ਡਾਕਟਰ ਕੋਲ ਲਿਜਾਣ ਦੀ ਲੋੜ ਹੈ। ਕਿਉਂਕਿ ਇਹ ਚੀਜ਼ਾਂ ਨੇ ਜਿਹੜੀਆਂ ਅਰਲੀ ਸਟੇਜ ਤੇ ਤੁਹਾਨੂੰ ਡਾਊਟ ਪਾ ਸਕਦੀਆਂ ਨੇ ਕਿ ਹਾਂ ਇਹ ਆਟਿਜ਼ਮ ਵੱਲ ਜਾ ਰਿਹਾ ਬੱਚਾ। ਇਸੇ ਤਰ੍ਹਾਂ ਜੇ ਬਿਲਕੁਲ ਹੀ ਯਾਨੀ ਸਿਰ ਜਿਵੇਂ ਤੁਸੀਂ ਏਦਾਂ ਚੁੱਕਦੇ ਹੋ ਬੱਚੇ ਨੂੰ ਇਸ ਤਰ੍ਹਾਂ ਮੰਜੇ ਤੋਂ ਤੇ ਉਹ ਸਿਰ ਬਿਲਕੁਲ ਹੀ ਨਾ ਸੰਭਾਏ, ਇਸ ਤਰ੍ਹਾਂ ਪਿੱਛੇ ਸੁੱਟ ਦਵੇ, ਇਹ ਵੀ ਅਹਿਮ ਨੁਕਤਾ ਜੇ ਕਿ ਤੁਹਾਡੇ ਬੱਚੇ ਦਾ ਸਭ ਕੁਝ ਠੀਕ ਨਹੀਂ ਹੈ। ਹੁਣ ਇੱਕ ਹੋਰ ਅਹਿਮ ਚੀਜ਼ ਕਿ ਨਾਰਮਲ ਬੱਚਾ ਲਗਾਤਾਰ ਟੀਰ ਨਹੀਂ ਮਾਰਦਾ, ਪਰ ਜੇ ਇਹ ਬੱਚਾ ਟੀਰ ਮਾਰਦਾ ਯਾਨੀ ਅੱਖ ਬਾਹਰ ਨੂੰ ਜਾਂਦੀ ਹੋਵੇ ਜਾਂ ਅੰਦਰ ਨੂੰ ਪੂਰੀ ਤਰ੍ਹਾਂ ਟੀਰ ਵਾਂਗ ਹੋਵੇ, ਇਹ ਵੀ ਬਹੁਤ ਅਹਿਮ ਜੇ ਲੱਛਣ ਜਿਹੜਾ ਤੁਸੀਂ ਇਮੀਡੀਏਟਲੀ ਡਾਕਟਰ ਕੋਲ ਜ਼ਰੂਰ ਤੁਹਾਨੂੰ ਜਾਣ ਦੀ ਲੋੜ ਹੈ। ਉਦੋਂ ਤੁਸੀਂ ਓੜ ਪੋੜ ਨਾ ਕਰੋ ਤਾਂ ਬਿਹਤਰ ਹੈ ਕਿ ਆਪਾਂ ਤੁਰੰਤ ਬੱਚੇ ਨੂੰ ਸਾਂਭ ਸਕਦੇ ਹਾਂ। ਇਸੇ ਤਰ੍ਹਾਂ ਇੱਕ ਹੋਰ ਜੇ ਅਜੇ ਵੀ ਮਾਂ ਨੂੰ ਨਾ ਪੂਰਾ ਪਤਾ ਲੱਗ ਰਿਹਾ ਹੋਵੇ ਤਾਂ ਤੁਸੀਂ ਉਹਨੂੰ ਕੱਛਾਂ ਦੇ ਥੱਲੋਂ ਪਕੜ ਕੇ ਇਸ ਤਰ੍ਹਾਂ ਜੇ ਮੰਜੇ ਦੇ ਉੱਪਰ ਇਸ ਤਰ੍ਹਾਂ ਚੁੱਕਦੇ ਹੋ ਬੱਚੇ ਨੂੰ ਸਪੋਰਟ ਦੇ ਨਾਲ, ਉਹਦਾ ਸਿਰ ਹਲਕਾ ਜਿਹਾ ਸਪੋਰਟ ਕਰਕੇ, ਤਾਂ ਤੀਸਰੇ ਚੌਥੇ ਮਹੀਨੇ ਦੇ ਵਿੱਚ ਬਲਕਿ ਤੀਸਰੇ ਮਹੀਨੇ ਵਿੱਚ ਹੀ ਉਹ ਪੈਰ ਟੱਚ ਨਾ ਕਰੇ, ਯਾਨੀ ਜੇ ਮੰਜੇ ਦੇ ਉੱਤੇ ਇਸ ਤਰ੍ਹਾਂ ਹੂੰ ਤੁਸੀਂ ਕੱਛਾਂ ਤੋਂ ਫੜ ਕੇ ਬੱਚੇ ਨੂੰ ਚੁੱਕ ਲਿਆ, ਉਹਦੇ ਪੈਰ ਹਲਕੇ ਜਿਹੇ ਜੇ ਟੱਚ ਹੁੰਦੇ ਨੇ ਤੇ ਉਹ ਬਿਲਕੁਲ ਹੀ ਨਾ ਉਹਦੇ ਤੇ ਜ਼ੋਰ ਪਾਵੇ, ਇਹ ਵੀ ਕੁਛ ਗੜਬੜੀ ਹੈ। ਇਹ ਜਦੋਂ ਲੰਘ ਜਾਂਦੇ ਹੋ ਸਟੇਜ ਬਾਅਦ ਦੀਆਂ ਬਹੁਤ ਸਾਰੀਆਂ ਚੀਜ਼ਾਂ ਜੋ ਆਪਾਂ ਲਾਸਟ ਟਾਈਮ ਦੱਸੀਆਂ ਸੀ ਬਾਅਦ ਵਾਲੇ ਜੋ ਜਿੱਥੋਂ ਡਾਇਗਨੋਸ ਕਰ ਸਕਦੇ ਹੋ, ਉਸ ਤੋਂ ਬਾਅਦ ਕੁਝ ਥੈਰੇਪੀਜ਼ ਫਿਰ ਸ਼ੁਰੂ ਹੁੰਦੀਆਂ ਨੇ। ਯਾਨੀ ਦਿਲ ਨਾ ਢਾਓ ਕਿ ਅਸੀਂ ਬੱਚਾ ਠੀਕ ਨਹੀਂ ਕਰ ਸਕਦੇ। ਪਹਿਲੀ ਚੀਜ਼ ਤਾਂ ਬਹੁਤ ਜ਼ਿਆਦਾ ਸਾਨੂੰ ਅਹਿਮ ਹੈ ਕਿ ਬੱਚੇ ਦੇ ਨਾਲ ਆਪਾਂ ਠਰੱਮੇ ਨਾਲ ਸਮਾਂ ਬਿਤਾਈਏ। ਖਿਜਣ ਦੀ ਹੂੰ ਲੋੜ ਨਹੀਂ, ਗੁੱਸੇ ਦੀ ਲੋੜ ਨਹੀਂ, ਪਰ ਹੁਣ ਉਹ ਬੱਚਾ ਕਿਉਂਕਿ ਇਸ ਹਾਲ ਵਿੱਚੋਂ ਲੰਘ ਰਿਹਾ ਜੇ ਤਾਂ ਇਹਦਾ ਮਤਲਬ ਹੈ ਕਿ ਬੱਚੇ ਨੂੰ ਤੁਹਾਨੂੰ ਉਸ ਨੂੰ ਇੱਕ ਨਾਰਮਲ ਨਾ ਸਮਝਦੇ ਹੋਏ ਕਿ ਇਹਨੂੰ ਮੇਰੀ ਲੋੜ ਹੈ ਤੇ ਮੈਂ ਇਹਨੂੰ ਠੀਕ ਕਰ ਸਕਦੀ ਹਾਂ, ਪਹਿਲਾਂ ਤਾਂ ਆਪਣੇ ਅੰਦਰ ਪੋਜ਼ਿਟਿਵਿਟੀ ਲਿਆਣੀ ਪਏਗੀ। ਉਸ ਤੋਂ ਬਾਅਦ ਸਭ ਤੋਂ ਅਹਿਮ ਚੀਜ਼ ਜੇ ਬੱਚੇ ਦੀ ਸਪੀਚ ਥੈਰੇਪੀ, ਕਿਉਂਕਿ ਬੱਚਾ ਅਜਿਹਾ ਜਿਹੜਾ ਹੁੰਦਾ ਜੇ ਉਹ ਥੋੜਾ ਜਿਹਾ ਲੇਟ ਬੋਲਦਾ ਜੇ, ਸੋ ਕੋਸ਼ਿਸ਼ ਕਰੋ ਕਿ ਬੱਚੇ ਦੀ
ਸਭ ਤੋਂ ਪਹਿਲਾਂ ਸਪੀਚ ਥੈਰੇਪੀ ਵੱਲ ਧਿਆਨ ਦਈਏ। ਅੱਜ ਕੱਲ੍ਹ ਬਹੁਤ ਸਾਰੇ ਸਪੀਚ ਥੈਰੇਪਿਸਟ ਨੇ। ਮੈਂ ਪਹਿਲਾਂ ਹੀ ਦੱਸ ਦਿਆਂ ਕਿ ਹਰ ਸਪੀਚ ਥੈਰੇਪਿਸਟ ਜਿਹੜਾ ਹੈ ਉਹ ਠੀਕ ਨਹੀਂ ਹੁੰਦਾ। ਸੋ ਤੁਸੀਂ ਕੋਸ਼ਿਸ਼ ਕਰੋ ਕਿ ਜੇ ਕਿਸੇ ਥਾਂ ਤੇ ਸਪੈਸ਼ਲਿਸਟ ਨੇ, ਸਿਰਫ ਉਸੇ ਹੀ ਥਾਂ ਤੇ ਜਾਓ, ਸਪੀਚ ਥੈਰੇਪਿਸਟ ਪ੍ਰੋਪਰ ਹੋਈ ਹੋਵੇ ਤਾਂ ਹੀ ਅਸਰਦਾਰ ਜੇ, ਵਰਨਾ ਨਹੀਂ। ਇਸੇ ਤਰ੍ਹਾਂ ਉਹਦੀ ਲੈਂਗੁਏਜ ਡਿਵੈਲਪਮੈਂਟ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ, ਲੈਂਗੁਏਜ ਥੈਰੇਪੀ ਕਰਨ ਦੀ ਲੋੜ ਹੈ। ਉਹ ਵੀ ਕਿਸੇ ਅੱਛੇ ਸੈਂਟਰ ਤੇ ਜਾਓ ਜਿਹੜਾ ਆਲਰੇਡੀ ਸਪੈਸ਼ਲਾਈਜ਼ਡ ਜੇ। ਇਸ ਤਰ੍ਹਾਂ ਛੋਟੀਆਂ-ਮੋਟੀਆਂ ਦੁਕਾਨਾਂ ਤੇ ਨਾ ਜਾਇਓ, ਉਹਦੇ ਨਾਲ ਉਹ ਪੂਰੀ ਨਹੀਂ ਤੁਸੀਂ ਡਿਵੈਲਪਮੈਂਟ ਲੈ ਸਕਦੇ। ਫਿਰ ਉਹਦੀਆਂ ਕੁਝ ਵੱਖੋ ਵੱਖਰੀਆਂ ਥੈਰੇਪੀਜ਼ ਨੇ, ਜਿਵੇਂ ਬਿਹੇਵੀਅਰਲ ਥੈਰੇਪੀ, ਉਹਦੀ ਖੇਡ ਦੇ ਵਿੱਚ ਕਿਸ ਤਰੀਕੇ ਲੈਣਾ। ਖੁਰਾਕ ਬਹੁਤ ਅਹਿਮ ਜੇ, ਬੱਚੇ ਦੀ ਬਹੁਤ ਜ਼ਿਆਦਾ ਅਹਿਮ ਜ਼ਿਕਰ ਕਰਦੇ ਆ ਕਿਸ ਤਰੀਕੇ, ਕਿਉਂਕਿ ਨਿਊਟ੍ਰੀਸ਼ਨ ਦੇ ਉੱਤੇ ਬਹੁਤ ਜ਼ਿਆਦਾ ਇਸ ਵੇਲੇ ਖੋਜਾਂ ਹੋ ਚੁੱਕੀਆਂ ਨੇ, ਕਿਹੜੀ ਖੁਰਾਕ ਉਸ ਬੱਚੇ ਨੂੰ ਦਿੱਤੀ ਜਾਵੇ। ਇਹਦੇ ਨਾਲੋਂ ਨਾਲ ਉਹਦੀ ਜਿਵੇਂ ਇੱਕ ਅਟੈਂਸ਼ਨ ਥੈਰੇਪੀ, ਉਹਦੀ ਕਿਉਂਕਿ ਧਿਆਨ ਇੱਕ ਥਾਂ ਤੇ ਬੱਚਾ ਨਹੀਂ ਦੇ ਸਕਦਾ, ਤੇ ਫਿਰ ਅੱਗੋਂ ਇਹ ਵੀ ਖਿਆਲ ਰੱਖਣਾ ਹੁੰਦਾ ਹੈ ਕਿ ਜੇ ਉਹਨੇ ਕੁਝ ਬਾਅਦ ਵਿੱਚ ਆਪਣੇ ਜੋਗਾ ਹੋਣਾ, ਕੁਝ ਕੰਮ ਕਰਨਾ, ਕਿਸ ਤਰੀਕੇ ਦਾ ਆਕਿਊਪੇਸ਼ਨ ਉਹਨੂੰ ਕਰਨੀ ਹੈ। ਸੋ ਉਹ ਥੈਰੇਪੀ, ਯਾਨੀ ਬਹੁਤ ਸਾਰੀਆਂ ਥੈਰੇਪੀਜ਼ ਨੇ ਜੋ ਆਪਣੇ ਆਪ ਨਾ ਸ਼ੁਰੂ ਕੀਤੀਆਂ ਜਾਣ, ਡਾਕਟਰੀ ਸਲਾਹ ਦੇ ਨਾਲ ਇੱਕ ਵਾਰ ਸਿੱਖ ਕੇ ਫਿਰ ਤੁਸੀਂ ਘਰ ਦੇ ਵਿੱਚ ਲਗਾਤਾਰ ਉਹ ਕਰ ਸਕਦੇ ਹੋ। ਹੁਣ ਇਹਦੇ ਵਿੱਚ ਫਰਜ਼ ਕਰੋ ਲੱਤਾਂ ਕਮਜ਼ੋਰ ਨੇ ਜਾਂ ਬਾਹਾਂ ਦੀ ਕਮਜ਼ੋਰੀ ਹੈ, ਤੁਸੀਂ ਉਹਦੀ ਮਸਾਜ ਕਰਦਿਆਂ ਬੜੀ ਖੂਬਸੂਰਤ ਤਰੀਕੇ ਨਾਲ ਕੋਈ ਕਹਾਣੀ ਸੁਣਾ ਸਕਦੇ ਹੋ ਜਿਹੜੀ ਉਹਨੂੰ ਨਾਲੋਂ ਨਾਲ, ਕਿਉਂਕਿ ਇਹਦੀ ਓਨੀ ਅਟੈਂਸ਼ਨ ਨਹੀਂ ਹੈ। ਜੇ ਉਹਦੀ ਇੱਕ ਵਾਰ ਸਪੀਚ ਥੈਰੇਪੀ ਹੋ ਗਈ, ਉਹਦੀ ਲੈਂਗੁਏਜ ਥੈਰੇਪੀ ਹੋ ਗਈ, ਉਹ ਬੱਚਾ ਤੁਹਾਡੇ ਨਾਲ ਬੋਲਣਾ ਸ਼ੁਰੂ ਹੋ ਗਿਆ ਕਿਉਂਕਿ ਉਹ ਲੇਟ ਸੀ, ਤਾਂ ਹੁਣ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਤੇ ਤੁਹਾਨੂੰ ਟਾਈਮ ਫਿਕਸ ਕਰਨਾ ਪੈਂਦਾ। ਮਿਸਾਲ ਵਜੋਂ ਕਿ ਬੱਚੇ ਦਾ ਬ੍ਰੇਕਫਾਸਟ ਦਾ ਟਾਈਮ, ਕਿਉਂਕਿ ਉਹਨੂੰ ਆਪਣੇ ਬ੍ਰੇਨ ਦੇ ਵਿੱਚ ਉਹ ਸਿਸਟਮ ਨਹੀਂ ਹੈ ਜੋ ਆਮ ਬੱਚੇ ਨੂੰ ਪਤਾ ਲੱਗਣਾ ਹੈ। ਸੋ ਇਹ ਤੁਸੀਂ ਬਣਾਉਣਾ ਜੇ ਕਿ ਆਹ ਬੱਚੇ ਇੰਨੇ ਤੋਂ ਇੰਨੇ ਦੇ ਵਿੱਚ ਇਹ ਬ੍ਰੇਕਫਾਸਟ ਟਾਈਮ ਹੈ, ਆਓ ਜੀ ਸਾਰੇ ਬੈਠਾਂਗੇ। ਉਹਨੂੰ ਬਕਾਇਦਾ ਚੇਅਰਸ ਹੁੰਦੀਆਂ ਜੇ ਉਹਦੀਆਂ ਬਣੀਆਂ ਵੱਖਰੀਆਂ, ਜਿਨ੍ਹਾਂ ਨਾਲ ਉਹਨੂੰ ਤੁਸੀਂ ਟੇਬਲ ਤੇ ਉਸੇ ਟਾਈਮ ਨਾਲ ਸਾਰਿਆਂ ਦੇ ਲੈ ਆਣਾ। ਉਹਨੂੰ ਇੰਨਾ ਕੁ ਰੂਟੀਨ ਹਲਕਾ ਜਿਹਾ ਬੰਨਿਆ ਜਾਵੇ ਕਿ ਇਸ ਵੇਲੇ ਮੇਰਾ ਖੇਡਣ ਦਾ ਟਾਈਮ ਹੈ, ਇਸ ਵੇਲੇ ਮੇਰੇ ਪੜ੍ਹਨ ਦਾ, ਇਸ ਵੇਲੇ ਦੁਪਹਿਰ ਦਾ ਖਾਣਾ, ਇਸ ਵੇਲੇ ਸ਼ਾਮ ਦਾ ਖਾਣਾ ਹੈ, ਰਾਤ ਦਾ। ਉਸੇ ਤਰੀਕੇ ਟੱਬਰ ਦੇ ਨਾਲ ਉਹਦਾ ਹੋਵੇ ਤਾਂ ਕਿ ਉਹਨੂੰ ਇੰਜ ਨਾ ਮਹਿਸੂਸ ਹੋਵੇ ਕਿ ਮੈਂ ਵੱਖਰਾ ਰਹਿ ਗਿਆ। ਹੁਣ ਜਦੋਂ ਇਹ ਨਾਲੋਂ ਨਾਲ ਥੈਰੇਪੀਜ਼ ਚੱਲਣਗੀਆਂ, ਇਹਦੀ ਨਿਊਟ੍ਰੀਸ਼ਨ ਜਿਹੜੀ ਮੈਂ ਖੁਰਾਕ ਦੀ ਗੱਲ ਕੀਤੀ, ਉਸ ਵਿੱਚ ਸਟ੍ਰਿਕਟਲੀ ਕਿਹਾ ਹੋਇਆ ਕਿਸੇ ਵੀ ਕਿਸਮ ਦਾ ਫਾਸਟ ਫੂਡ ਨਹੀਂ ਹੋਣਾ ਚਾਹੀਦਾ। ਫਰੂਟਸ ਤੇ ਵੈਜੀਟੇਬਲਸ ਬਹੁਤ ਅਹਿਮ ਨੇ। ਜੇ ਉਸ ਨੂੰ ਕਿਸੇ ਅਖਰੋਟ ਜਾਂ ਬਦਾਮ ਨਾਲ ਐਲਰਜੀ ਨਹੀਂ ਹੈ, ਪਹਿਲੀ ਗੱਲ ਤਾਂ 2 ਸਾਲ ਦੀ ਉਮਰ ਤੱਕ ਇਹ ਨਟਸ ਨਹੀਂ ਦੇਣੇ ਚਾਹੀਦੇ, ਕਿਉਂਕਿ ਕਿਸੇ ਵੀ ਕਿਸਮ ਦੀ ਐਲਰਜੀ ਬੜੀ ਤਗੜੀ ਹੋ ਸਕਦੀ ਹੈ। ਉਸ ਤੋਂ ਬਾਅਦ ਇਹਨੂੰ ਇਹ ਖੁਰਾਕ 'ਚ ਐਡ ਕਰ ਦੇਣੇ ਚਾਹੀਦੇ ਨੇ। ਇਹਨਾਂ ਨੂੰ ਜੋ ਚੰਗਾ ਦੇਖਿਆ ਗਿਆ, ਰਾਗੀ ਦਾ ਆਟਾ, ਰੌਂਗੀ ਨਹੀਂ, ਰਾਗੀ ਦੇ ਆਟੇ ਦਾ ਤੁਸੀਂ ਦਲੀਆ ਬਣਾ ਕੇ ਦੇ ਸਕਦੇ ਹੋ, ਉਹਦੀ ਇਡਲੀ ਬਣਾ ਸਕਦੇ ਹੋ, ਉਹਦਾ ਬਿਸਕੁਟ ਬਣਾ ਸਕਦੇ ਹੋ, ਪਰੌਂਠੀ ਬਣਾ ਸਕਦੇ ਹੋ। ਯਾਨੀ ਕਿਸੇ ਵੀ ਤਰੀਕੇ ਨਾਲ ਇਹ ਆਟੇ ਨੂੰ ਜੇ ਵਰਤੋਂ ਰੋਜ਼ ਵਿੱਚ ਲਿਆਓ, ਜਿਸ 'ਚ ਗ੍ਰੀਨ ਵੈਜੀਟੇਬਲਸ ਬਹੁਤ ਸਾਰੀਆਂ ਹੋਣੀਆਂ ਚਾਹੀਦੀਆਂ ਨੇ। ਅੰਡਾ ਜੇ ਤੁਸੀਂ ਖਾਂਦੇ ਹੋ ਤਾਂ ਜ਼ਰੂਰ ਐਡ ਆਨ ਕਰ ਸਕਦੇ ਹੋ। ਫਿਰ ਇਹਦੇ ਵਿੱਚ ਫਰੂਟਸ ਜ਼ਰੂਰੀ ਹੋਣੇ ਚਾਹੀਦੇ ਨੇ, ਜਿਨ੍ਹਾਂ 'ਚ ਬਲੂਬੈਰੀਜ਼ ਚੰਗਾ ਅਸਰ ਦਿਖਾਉਂਦੀਆਂ ਨੇ, ਸੇਬ, ਕਾਲੇ ਅੰਗੂਰ ਜਾਂ ਲਾਲ ਅੰਗੂਰ ਜਿਹੜੇ ਗੂੜੇ ਗਾੜੇ ਰੰਗ ਦੇ, ਉਹ ਚੰਗੇ ਨੇ। ਇਹਨਾਂ ਦੇ ਨਾਲੋਂ ਨਾਲ ਕੇਲਾ ਇੱਕ ਬਿਹਤਰੀਨ ਖੁਰਾਕ ਹੈ ਜੋ ਦਿੱਤਾ ਜਾ ਸਕਦਾ ਹੈ। ਪਰ ਜਿਸ ਤਰੀਕੇ ਦੀ ਇਹਨਾਂ ਨੂੰ ਹੁਣ, ਕਿਉਂਕਿ ਤੁਸੀਂ ਇੱਕ ਥਾਂ ਤੇ ਬੰਨ੍ਹ ਕੇ ਬਿਠਾਣਾ, ਉਸ ਟਾਈਮ ਦੇ ਵਿੱਚ ਇਹਨਾਂ ਦੀਆਂ ਖੇਡਾਂ ਵੱਖਰੀਆਂ ਨੇ। ਜਿਵੇਂ ਆਮ ਬੱਚੇ ਨੇ ਬਲੌਕ ਦੇ ਉੱਤੇ ਬਲੌਕ ਰੱਖ ਦੇਣਾ, ਇਹ ਬੱਚੇ ਕਿਉਂਕਿ ਉਸ ਥਾਂ ਤੱਕ ਨਹੀਂ ਪਹੁੰਚ ਰਹੇ, ਉਹ ਰੱਖ ਹੀ ਨਹੀਂ ਸਕਦੇ ਇੱਕ ਦੂਜੇ ਦੇ ਉੱਤੇ, ਜਾਂ ਬੈਲੈਂਸ ਨਹੀਂ ਬਣਾ ਸਕਦੇ। ਸੋ ਜਿਵੇਂ ਜਿਵੇਂ ਉਹਨੂੰ ਟ੍ਰੇਨ ਕੀਤਾ ਜਾਏਗਾ ਹੌਲੀ ਹੌਲੀ, ਉਹਦੇ ਵਿੱਚ ਤੁਸੀਂ ਉਹਦੀ ਗੱਲ ਕੰਪਲੀਟ ਨਹੀਂ ਕਰਨੀ ਹੁੰਦੀ। ਮਿਸਾਲ ਵਜੋਂ ਤੁਸੀਂ ਖਿੱਚ ਗਏ ਹੋ, ਬੱਚੇ ਨੇ ਕੋਈ ਗੱਲ ਕਰਕੇ ਛੱਡ ਦਿੱਤੀ ਤੇ ਤੁਸੀਂ ਫਟਾਫਟ ਉਹ ਲਾਈਨ ਪੂਰੀ ਕਰ ਦਿਓ, ਇਸ ਤਰ੍ਹਾਂ ਨਹੀਂ ਕਰਨਾ ਹੁੰਦਾ। ਯਾਨੀ ਬੱਚੇ ਨੂੰ ਸਮਾਂ ਦੇਣਾ ਜੇ ਤੁਸੀਂ, ਕਿ ਉਹ ਹੀ ਆਪਣੀ ਗੱਲ ਪੂਰੀ ਕਰੇ, ਤੇ ਤੁਸੀਂ ਠਰਮੇ ਨਾਲ ਬੈਠ ਕੇ ਉਹਦੀ ਗੱਲ ਸੁਣੋ। ਤੇ ਕਹਾਣੀ ਸੁਣਾਉਣ ਦਾ ਵੀ ਇਹਦਾ ਢੰਗ ਵੱਖਰਾ ਜੇ। ਯਾਨੀ ਤੁਸੀਂ ਹੋ ਸਕਦਾ ਜੇ ਕਿ ਰੋਜ਼, ਮਿਸਾਲ ਵਜੋਂ ਮੈਂ ਹੁਣ ਤੁਹਾਨੂੰ ਇੱਕ ਬਾਂਦਰ ਤੇ ਦੀ ਕਹਾਣੀ ਸੁਣਾਣੀ ਚਾਹਾਂ। ਇੱਕ ਬਾਂਦਰ ਤੇ ਮਗਰਮੱਛ ਸੀ। ਤੇ ਵੀ ਤੁਹਾਨੂੰ ਅਜੀਬ ਲੱਗੇ, ਪਰ ਮੇਰਾ ਦੱਸਣ ਦਾ ਮਕਸਦ ਸੀ ਕਿ ਜੇ ਮਾਂ ਕੋਈ ਸੁਣ ਰਹੀ ਹੈ ਜਾਂ ਪਿਓ ਕੋਈ ਸੁਣ ਰਿਹਾ ਹੈ, ਤਾਂ ਉਹਨੂੰ ਪਤਾ ਹੋਵੇ ਕਿ ਹਾਂਜੀ ਇੱਕ ਬੱਚੇ ਬਾਂਦਰ ਸੀ, ਫਿਰ ਉਹਨੂੰ ਬਾਂਦਰ ਦੀ ਨਾਲ ਉਹ ਦਿਖਾਓ ਕਿ ਆਹ ਬਾਂਦਰ ਹੈ। ਫਿਰ ਉਹਨੂੰ 10 ਵਾਰ, 40 ਵਾਰ, 50 ਵਾਰ ਤੁਹਾਨੂੰ ਦਿਖਾਣਾ ਪਏਗਾ।
ਆ ਮਗਰਮੱਛ ਸੀ, ਇਹ ਮਗਰਮੱਛ, ਫਿਰ ਉਹਨੂੰ ਕੰਪਲਿਕੇਟ ਨਾ ਕਰੀਏ ਸਟੋਰੀ ਨੂੰ, ਸਿੰਪਲ। ਇਹਨੇ ਹੂੰ ਕਿਹਾ ਮੈਂ ਉਧਰ ਦੂਜੇ ਪਾਸੇ ਜਾਣਾ ਹੈ, ਉੱਥੇ ਹੂੰ ਪਾਣੀ ਸੀ, ਫਿਰ ਉਹਨੂੰ ਪਾਣੀ ਆਪਾਂ ਉਹਨੂੰ ਟੱਚ ਕਰਵਾਵਾਂਗੇ, ਆ ਦੇਖ ਟੁੱਟੀ ਦੇ ਵਿੱਚ ਪਾਣੀ ਆ ਰਿਹਾ, ਪਾਈਪ 'ਚ ਪਾਣੀ ਆ ਰਿਹਾ। ਯਾਨੀ ਉਹਨੂੰ ਉਹ ਅਹਿਸਾਸ ਟੱਚ ਦੇ ਨਾਲ ਜਿਹੜਾ ਹੋਣਾ ਜੇ ਕਿ ਅੱਛਾ ਆ ਮੈਂ ਹੱਥ ਲਾਇਆ ਬਾਂਦਰ ਦਾ, ਫਿਰ ਉਹਨੂੰ ਇੱਕ ਨਾਲ ਦੀ ਨਾਲ ਇੱਕ ਛੋਟੀ ਜਿਹੀ ਵੀਡੀਓ ਦਿਖਾਈ ਜਾਵੇ, ਆ ਦੇਖ ਬਾਂਦਰ ਕੀ ਕਰਦਾ। ਹੁਣ ਉਹਦੇ ਲਈ ਇੱਕ ਉਹ ਚੀਜ਼ ਜੋ ਆਮ ਬੱਚੇ ਨੇ 1 ਸਕਿੰਟ 'ਚ ਸਮਝ ਲੈਣੀ ਹੈ, ਉਹਨੂੰ ਹੂੰ 5-6 ਚੀਜ਼ਾਂ ਨਾਲ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਆ ਮਗਰਮੱਛ ਪਾਣੀ ਵਿੱਚ ਤੈਰ ਰਿਹਾ, ਆ ਇੱਕ ਵੀਡੀਓ ਦੇਖੀ, ਫਿਰ ਮਗਰਮੱਛ ਚੁੱਕਿਆ, ਫਿਰ ਉਹਨੂੰ ਬਾਲਟੀ ਚੋਂ ਤੋਰਿਆ। ਯਾਨੀ ਉਹਨੂੰ ਉਹੀ ਚੀਜ਼ ਹੋ ਸਕਦਾ ਇੱਕ ਸਟੋਰੀ ਜੋ ਆਮ ਬੱਚੇ ਨੂੰ ਤੁਸੀਂ 5, 10 ਜਾਂ 15 ਮਿੰਟ ਸੁਣਾ ਦਿੱਤੀ, ਇਹਦੇ ਲਈ ਹੋ ਸਕਦਾ ਉਹ ਸਟੋਰੀ ਪੂਰੀ ਕਰਦਿਆਂ 3 ਦਿਨ ਲੱਗ ਜਾਣ। ਹੂੰ ਪਰ ਉਹ ਠਰਮਾ ਮਾਲਿਕ ਇਮਤਿਹਾਨ ਵਜੋਂ ਹੈ ਕਿ ਉਹਨੇ ਇਸ ਤਰੀਕੇ ਕਰਨਾ ਹੈ, ਸੋ ਦੈਟ ਉਹ ਸਾਰੀਆਂ ਚੀਜ਼ਾਂ ਬੱਚਾ ਹੌਲੀ ਹੌਲੀ ਉਹ ਇਸ ਕਦਰ ਮਨ ਵਿੱਚ ਉਹਦੇ ਪਕਿਆਈ ਫੜ ਲਏਗਾ ਕਿ ਹਾਂ ਇਹ ਹੈ। ਫਿਰ ਉਹਨੂੰ ਸਮਾਂ ਦਿਓ ਕਿ ਉਹ ਚੀਜ਼ ਆਪਣੇ ਦਿਮਾਗ ਵਿੱਚ ਸਮੋ ਸਕੇ, ਕਿਉਂਕਿ ਉਹਨੇ ਉਸ ਚੀਜ਼ ਤੋਂ ਫਿਰ ਜਦੋਂ ਤੁਸੀਂ ਦੇਖੋਗੇ ਕਿ ਤੁਸੀਂ 12ਵੀਂ 13ਵੀਂ ਜਾਂ 14ਵੀਂ ਵਾਰ ਜੇ ਤੁਸੀਂ ਉਹੀ ਕਹਾਣੀ ਸੁਣਾਈ ਜੇ ਤੇ ਵਿੱਚੋਂ ਤੁਸੀਂ ਚੇਂਜ ਕਰ ਦਿਓ ਹੁਣ ਉਹ ਹੂੰ ਸੀਕੁਐਂਸ, ਉਹ ਬਾਂਦਰ ਦੇ ਉੱਤੇ ਜਦੋਂ ਮਗਰਮੱਛ ਚੜ ਕੇ ਜਾਏਗਾ ਤੇ ਉਹ ਬੱਚਾ ਟੋਕੇਗਾ, ਗਲਤ ਹੈ। ਹੂੰ ਯਾਨੀ ਉਹ ਮਤਲਬ ਸਮਝ ਲਓ ਕਿ ਤੁਸੀਂ ਕਰ ਗਏ, ਹੁਣ ਸ਼ਾਬਾਸ਼ ਹੂੰ ਏ ਮਾਂ ਦੇ ਕੇ ਤੁਸੀਂ ਸਮਝਾ ਸਕੇ ਉਹਨੂੰ ਕਿ ਹਾਂ ਉਹਨੇ ਵੀ ਪਕੜ ਲਈ ਗੱਲ ਕਿ ਪੁੱਠਾ ਚੱਲ ਰਿਹਾ ਕੰਮ। ਹੂੰ ਯਾਨੀ ਇਸ ਤਰੀਕੇ ਉਹਦੇ ਬ੍ਰੇਨ ਨੂੰ ਕਈ ਕਈ ਵਾਰ ਕਹਿ ਕੇ ਟ੍ਰੇਨ ਤੁਹਾਨੂੰ ਕਰਨਾ ਪਏਗਾ, ਪਰ ਇਹ ਬੱਚੇ ਟ੍ਰੇਨੇਬਲ ਨੇ। ਪਹਿਲਾਂ ਕਿਹਾ ਜਾਂਦਾ ਸੀ ਲਾ ਇਲਾਜ ਨੇ, ਹੁਣ ਕਈ ਦਵਾਈਆਂ ਆ ਚੁੱਕੀਆਂ ਨੇ ਜਿਨ੍ਹਾਂ ਨਾਲ ਉਹਨਾਂ ਦੀ ਹਾਈਪਰ ਐਕਟੀਵਿਟੀ ਤੁਸੀਂ ਡਿਕਰੀਜ਼ ਕਰ ਸਕਦੇ ਹੋ। ਵੱਖੋ ਵੱਖਰੀਆਂ ਗੇਮਸ ਜੋ ਤੁਸੀਂ ਡਾਕਟਰ ਦੇ ਨਾਲ ਕਿਹਾ ਰਿੰਗ ਦੇ ਵਿੱਚ ਪਾਣੇ ਜੇ ਹੁਣ ਤੁਸੀਂ ਇਸ ਤਰ੍ਹਾਂ, ਜਾਂ ਫਿਰ ਇੱਕ ਖਾਸ ਅਹਿਮ ਚੀਜ਼ ਕਿ ਜਦੋਂ ਬੱਚਾ ਅਚੀਵ ਕਰ ਲਵੇ ਕੁਛ ਅਜਿਹੀ ਚੀਜ਼ ਤਾਂ ਇਨਾਮ ਦੇ ਵਜੋਂ ਕੁਝ ਨਾ ਕੁਝ ਇਨਾਮ ਦੇਣਾ ਜ਼ਰੂਰੀ ਹੁੰਦਾ। ਉਸ 'ਚ ਕਦੇ ਵੀ ਮਿੱਠਾ ਯਾਨੀ ਆਈਸਕ੍ਰੀਮ, ਚਾਕਲੇਟ, ਟੌਫੀਜ਼ ਨਹੀਂ ਦੇਣੀਆਂ, ਬਿਲਕੁਲ ਵੀ ਨਹੀਂ ਦੇਣੀਆਂ। ਇਹ ਡਾਈਟ ਦੇ ਵਿੱਚ ਮੰਨਫੀ ਹੋਣੀਆਂ ਚਾਹੀਦੀਆਂ ਨੇ। ਇਸੇ ਤਰ੍ਹਾਂ ਐਕਸੈਸਿਵ ਨਮਕ ਨਹੀਂ ਦੇਣਾ। ਤੋ ਜਦੋਂ ਵੀ ਇਸ ਤਰੀਕੇ ਦਾ ਕੋਈ ਰਿਵਾਰਡ ਦੇਣਾ ਜੇ, ਉਹ ਇਹ ਹੋਣਾ ਚਾਹੀਦਾ ਕਿ ਆ ਜਾ ਹੁਣ ਆਪਾਂ ਬਾਹਰ ਘੁੰਮ ਕੇ ਆਵਾਂਗੇ, ਆਓ ਅੱਜ ਆਪਾਂ ਚਿੜੀ ਦੀ ਫੋਟੋ ਖਿੱਚਾਂਗੇ, ਅੱਜ ਆਪਾਂ, ਯਾਨੀ ਕਿ ਇਸ ਤਰੀਕੇ ਦੇ ਢੰਗ ਨਾਲ ਉਹਨੂੰ ਤੋਰਨਾ ਹੈ ਕਿ ਉਹ ਬੱਚੇ ਨੂੰ ਉਹਦੇ ਵਿੱਚ ਉਹ ਇੱਕ ਤਰੀਕੇ ਖੁੱਭ ਜਾਏ ਕਿ ਹਾਂ ਹੂੰ ਕੁਝ ਖਾਣ ਪੀਣ ਦੀ ਚੀਜ਼, ਜਾਂ ਮੈਂ ਮੋਟਾਪੇ ਵਾਲੀ ਨਹੀਂ ਜਾਣਾ, ਮੈਨੂੰ ਇੱਕ ਨਵੀਂ ਚੀਜ਼ ਬਾਹਰ ਜਾ ਕੇ ਹੋਰ ਦੇਖਣ ਨੂੰ ਮਿਲੇਗੀ, ਮੈਂ ਅੱਜ ਬਿਲਕੁਲ ਕੁਝ ਹੋਰ ਸਿੱਖਾਂਗੀ। ਕੁਝ ਹੋਰ ਨਵਾਂ ਇਸ ਸਿੱਖਣ ਨੂੰ ਤਰੀਕੇ ਮਿਲਿਆ। ਦਾ ਢੰਗ ਨਾਲ ਉਹਨੂੰ ਟ੍ਰੇਨ ਕਰਨਾ ਪੈਂਦਾ ਹੈ। ਬਿਲਕੁਲ ਤੁਸੀਂ ਜਿਸ ਤਰੀਕੇ ਨਾਲ ਲੱਛਣ ਦੱਸੇ, ਬਹੁਤ ਸੋਹਣੇ ਐਗਜ਼ਾਮਪਲਸ ਦੇ ਰਾਹੀਂ ਤੁਸੀਂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਜਾਣ ਸਕਦੇ ਹਾਂ, ਔਰ ਤੁਸੀਂ ਦੱਸਿਆ ਕਿ ਇਲਾਜ ਵੀ ਹੈ, ਅੱਜ ਦੇ ਸਮੇਂ ਦੇ ਵਿੱਚ ਇਲਾਜ ਵੀ ਸੰਭਵ ਹੈ। ਲੇਕਿਨ ਇੱਕ ਸਵਾਲ ਜੋ ਮੇਰੇ ਜ਼ਿਹਨ ਦੇ ਵਿੱਚ, ਹੋ ਸਕਦਾ ਹੈ ਕਿ ਮਾਂ ਹੋਣ ਦੇ ਨਾਤੇ ਸ਼ਾਇਦ ਇਸ ਜ਼ਿਹਨ ਦੇ ਵਿੱਚ ਸਵਾਲ ਆਇਆ ਹੋਵੇ, ਤੁਸੀਂ ਕਿਹਾ ਕਿ ਮਾਂ ਦੇ ਲਈ ਇੱਕ ਸਭ ਤੋਂ ਵੱਡਾ ਇਮਤਿਹਾਨ ਹੁੰਦਾ, ਪੇਸ਼ੈਂਸ ਬਹੁਤ ਜ਼ਰੂਰੀ ਹੈ ਮਾਪਿਆਂ ਦੇ ਲਈ। ਅਸੀਂ ਅਕਸਰ ਇੱਕ ਵਰਡ ਆਪਣੀ ਜ਼ਿੰਦਗੀ ਤੋਂ ਕੱਢ ਜਾਂਦੇ ਹਾਂ, ਐਕਸੈਪਟੈਂਸ। ਅਸੀਂ ਐਕਸੈਪਟ ਨਹੀਂ ਕਰ ਪਾਉਂਦੇ। ਅਸੀਂ ਜਾਣਦੇ ਹੁੰਦੇ ਹਾਂ ਆਪਣੇ ਕਿਤੇ ਨਾ ਕਿਤੇ ਅੰਤਰਾਤਮਾ ਤੋਂ ਕਿ ਇਹ ਚੀਜ਼ ਹੈ, ਸਾਨੂੰ ਇਸ ਨੂੰ ਕਰੈਕਟ ਕਰਨਾ ਪੈਣਾ, ਲੇਕਿਨ ਇੱਕ ਐਕਸੈਪਟੈਂਸ ਨਹੀਂ ਆਉਂਦੀ ਜਦ ਆਪਣਿਆਂ ਦੀ ਵਾਰੀ ਆਉਂਦੀ ਹੈ, ਖਾਸ ਕਰਕੇ ਆਪਣੇ ਖੂਨ ਦੀ, ਆਪਣੇ ਬੱਚਿਆਂ ਦੀ ਵਾਰੀ ਆਉਂਦੀ ਹੈ। ਸੋ ਉਹ ਤੁਹਾਡੇ ਕੋਲ ਅਜਿਹੇ ਪੇਰੈਂਟਸ ਬਹੁਤ ਆਉਂਦੇ ਹੋਣਗੇ, ਸੋ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਐਕਸੈਪਟ ਕਰਵਾਇਆ ਜਾਂਦਾ ਕਿ ਨਹੀਂ ਤੁਹਾਡਾ ਬੱਚਾ ਕੁਝ ਗਲਤ ਨਹੀਂ ਹੈ, ਬਸ ਦੂਜਿਆਂ ਤੋਂ ਥੋੜਾ ਜਿਹਾ ਵੱਖਰਾ, ਉਸਨੂੰ ਸਹੀ ਟਰੈਕ ਤੇ ਲਿਆਉਣ ਦੀ ਲੋੜ ਆ। ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਬਹੁਤ ਸਾਰੀਆਂ ਮਦਰਸ ਆਉਂਦੀਆਂ ਨੇ ਜਿਨ੍ਹਾਂ ਨੂੰ ਇਹ ਚਿੰਤਾ ਹੁੰਦੀ ਜੇ ਕਿ ਸਾਡਾ ਬੱਚਾ ਹੁਣ, ਕਈ ਤਾਂ 7 ਸਮੁੰਦਰੋਂ ਪਾਰ ਵੀ ਪਹੁੰਚਦੇ ਨੇ ਕਿ ਸਾਡਾ ਬੱਚਾ ਠੀਕ ਨਹੀਂ ਹੈ, ਹੋ ਸਕੇਗਾ ਜਾਂ ਨਹੀਂ, ਉਹ ਚਿੰਤਾ ਉਹਨਾਂ ਨੂੰ ਇੰਨੀ ਦੂਰ ਤੱਕ ਵੀ ਲੈ ਆਂਦੀ ਜੇ। ਦਰਅਸਲ ਸਭ ਤੋਂ ਅਹਿਮ ਗੱਲ ਜੇ, ਜਿਵੇਂ ਮਾਂ ਜਾਂ ਪਿਓ ਨੂੰ ਇੰਨਾ ਕੁ ਉਹਨਾਂ ਨੂੰ ਹੋ ਜਾਣਾ ਕਿ ਹਾਂ ਮੇਰਾ ਬੱਚਾ ਫਰਕ ਹੋ ਸਕਦਾ, ਪਰ ਜਿਹੜੀ ਤੁਸੀਂ ਸਵਾਲ ਪੁੱਛਿਆ ਨਾ ਕਿ ਮੇਰੇ ਹੀ ਬੱਚੇ ਨਾਲ ਕਿਉਂ, ਇਹ ਕਿਸ ਤਰੀਕੇ ਨਾਲ ਹੋਣਾ, ਐਕਸੈਪਟੈਂਸ, ਉਹ ਮਤਲਬ ਉਹ ਐਕਸੈਪਟੈਂਸ ਨਹੀਂ ਆ ਪਾਉਂਦੀ। ਜੀ ਬਿਲਕੁਲ, ਬਿਲਕੁਲ ਉਹ ਅਸਲ ਵਿੱਚ ਉਹਦੇ ਢੰਗ ਜਾਂ ਤਰੀਕਾ ਜੋ ਅਸੀਂ ਡਾਕਟਰੀ ਤਰੀਕੇ ਤੌਰ ਤਰੀਕੇ ਚ ਕਹਿੰਦੇ ਆ ਕਿ ਬੱਚੇ ਸਾਰੇ ਦੇ ਸਾਰੇ ਰੱਬ ਨੂੰ ਪਿਆਰੇ ਨਹੀਂ ਹੁੰਦੇ। ਜਿਹੜੇ ਕੋਈ ਸਭ ਤੋਂ ਜ਼ਿਆਦਾ ਪਿਆਰੇ ਹੁੰਦੇ ਨੇ ਨਾ, ਉਹਨਾਂ ਨੂੰ ਰੱਬ ਆਪਣੇ ਵਰਗਾ ਬਣਾਉਣਾ ਚਾਹੁੰਦਾ ਹੈ ਕਿ ਉਹ ਆਪਣੇ ਆਪ ਤੱਕ ਸੀਮਤ ਨੇ, ਉਹ ਬਾਕੀਆਂ ਨਾਲੋਂ ਕੁਝ ਐਕਸੈਲ ਕਰਨਗੇ, ਕੁਝ ਐਕਸਟਰਾ ਕਰਨਗੇ ਜੋ ਸ਼ਾਇਦ ਆਮ ਬੱਚੇ ਨਹੀਂ ਕਰ ਸਕਦੇ। ਸੋ ਜਦੋਂ ਤੁਸੀਂ ਆਪਣੇ ਆਪ ਨੂੰ ਇੱਕ ਸਪੈਸ਼ਲ ਗਿਣੋਗੇ ਕਿ ਮੇਰਾ ਬੱਚਾ ਵੀ ਸਪੈਸ਼ਲ ਹੈ ਤੇ ਮੈਂ ਉਹਦੀ ਮਾਂ ਵੀ ਉਸ ਤੋਂ ਵੀ ਵੱਧ ਸਪੈਸ਼ਲ ਹਾਂ,
ਤੇ ਜਦੋਂ ਤੁਹਾਡਾ ਬੱਚਾ ਆਮ ਬੱਚਿਆਂ ਨਾਲੋਂ ਕੁਝ ਵੱਖ ਤੇ ਬਹੁਤ ਬਿਹਤਰੀਨ ਕਰ ਵਿਖਾਏਗਾ, ਦਾ ਮਤਲਬ ਹੈ ਤੁਸੀਂ ਰੱਬ ਦੇ ਉਸ ਕਮਾਲ ਦੇ ਇਮਤਿਹਾਨ ਵਿੱਚੋਂ ਵੀ ਅਵਲ ਆ ਗਏ ਹੋ। ਯਾਨੀ ਤੁਹਾਡਾ ਬੱਚਾ ਪਹਿਲਾਂ ਵੀ ਸਪੈਸ਼ਲ ਸੀ, ਇੱਕ ਆਮ ਭੀੜ ਵਿੱਚ ਸ਼ਾਮਲ ਨਹੀਂ ਸੀ, ਕਿਉਂਕਿ ਸਾਰੇ ਇੱਕ ਦੂਜੇ ਦੇ ਤਰ੍ਹਾਂ ਹੁਣ ਕੋਈ ਵੀ ਧਿਆਨ ਨਹੀਂ ਖਿੱਚੇਗਾ ਕਿ 50 ਬੰਦੇ ਇੱਕੋ ਹੀ ਤਰ੍ਹਾਂ ਬੈਠ ਕੇ ਸਭ ਕੁਝ ਕਰ ਰਹੇ ਨੇ, ਤੁਸੀਂ ਕਿਉਂ ਦੇਖੋਗੇ ਉਸ ਵੱਲ। ਕੋਈ ਵੱਖ ਹੋਏਗਾ ਤਾਂ ਧਿਆਨ ਖਿੱਚਦਾ ਜੇ, ਮਤਲਬ ਇਹ ਹੋਏ ਕਿ ਰੱਬ ਨੇ ਇਹਨੂੰ ਸਪੈਸ਼ਲ ਬਣਾ ਕੇ ਭੇਜਿਆ, ਤੇ ਜਦੋਂ ਉਹ ਉਹਨਾਂ ਬਾਕੀਆਂ ਨਾਲੋਂ ਕੁਝ ਕਰ ਵੀ ਐਕਸਟਰਾ ਜਾਏਗਾ ਤਾਂ ਸਮਝ ਆ ਜਾਂਦੀ ਜੇ ਕਿ ਕਿਉਂ ਰੱਬ ਨੇ ਉਹਨੂੰ ਸਪੈਸ਼ਲ ਚੁਣਿਆ ਤੇ ਕਿਉਂ ਸਭ ਤੋਂ ਅਲੱਗ ਰੱਖ ਕੇ ਸਭ ਤੋਂ ਅਗਾਂਹ ਲੈ ਕੇ ਚੱਲਿਆ। ਸੋ ਇਹ ਚੀਜ਼ ਜੇ ਅਸੀਂ ਸਮਝ ਲਈਏ ਜਾਂ ਮੰਨ ਲਈਏ ਤਾਂ ਜ਼ਿੰਦਗੀ ਸੌਖੀ ਹੋ ਜਾਂਦੀ ਜੇ। ਤੇ ਵਾਕਈ ਅਸੀਂ ਦੇਖਿਆ ਜੇ ਇੰਨੇ ਕਮਾਲ ਦੇ ਚਿੱਤਰਕਾਰ ਹੁੰਦੇ ਜੇ ਆਟਿਜ਼ਮ ਦੇ ਬੱਚੇ। ਮੇਰੇ ਕੋਲ ਕਈ ਸਾਲ ਆਂਦਾ ਰਿਹਾ ਸੀ ਬੱਚਾ, ਜਿਸ ਨੂੰ ਅਲੱਗ-ਅਲੱਗ ਤਰ੍ਹਾਂ ਮੈਂ ਉਹਨੂੰ ਕਦੇ ਕਲਰ ਦੇਣਾ, ਕਦੇ ਉਹ ਪੇਂਟਿੰਗ ਵਾਲਾ ਕਾਗਜ਼ ਦੇਣਾ। ਘੱਟੋ ਘੱਟ ਮੇਰਾ ਖਿਆਲ ਹੈ 7-8 ਸਾਲ ਉਹ ਮੇਰੇ ਕੋਲ ਆਂਦੇ ਰਹੇ, ਤੇ ਉਹ ਜਿਸ ਤਰੀਕੇ ਉਹਦੀ ਪੇਂਟਿੰਗ 'ਚ ਨਿਖਾਰ ਆਇਆ ਮੈਂ ਦੱਸ ਨਹੀਂ ਸਕਦੀ। ਇੰਨੀ ਖੂਬਸੂਰਤ ਉਹ ਪੇਂਟਿੰਗ ਕਰਨ ਲੱਗ ਗਿਆ ਸੀ, ਇੰਨੇ ਵਧੀਆ ਉਹ ਰੰਗ ਭਰਨ ਲੱਗਿਆ। ਬਾ ਕਮਾਲ ਵੇਖ ਕੇ ਤਾਂ ਮਤਲਬ ਇੰਝ ਲੱਗਦਾ ਸੀ ਕਿ ਸ਼ਾਇਦ ਕੋਈ ਆਮ ਬੱਚਾ ਇੰਨਾ ਅਚੀਵ ਕਰ ਹੀ ਨਹੀਂ ਸਕਦਾ। ਜਿਸ ਤਰੀਕੇ ਦੀ ਉਹਦੀ ਇਮੇਜਿਨੇਸ਼ਨ, ਜਿਸ ਤਰੀਕੇ ਦੇ ਉਸ ਬੱਚੇ ਨੇ ਸ਼ੁਰੂ ਕੀਤਾ ਸੀ। ਅੱਜ ਉਹ ਆਸਟ੍ਰੇਲੀਆ 'ਚ ਬੱਚਾ, ਇੱਥੇ ਨਹੀਂ, ਪਰ ਜਿਵੇਂ ਮੈਨੂੰ ਵਾਰ-ਵਾਰ ਉਹਨਾਂ ਦੇ ਹੁਣ ਫੋਨ ਕਈ ਵਾਰ ਆ ਜਾਂਦੇ ਨੇ ਕਿ ਹੁਣ ਤਾਂ ਹੋਰ ਵੀ ਵਧੀਆ ਇਹ ਪੇਂਟਿੰਗ ਕਰਨ ਲੱਗ ਗਿਆ, ਹੁਣ ਹੋਰ ਵੀ ਅੱਛਾ ਹੋ ਗਿਆ। ਸ਼ੁਕਰ ਹੈ ਰੱਬ ਦਾ, ਉਸੇ ਤਰ੍ਹਾਂ ਹੀ ਉਹਨਾਂ ਦੇ ਬਲੇਸਿੰਗਸ ਰਹਿਣ। ਪਰ ਇਹ ਜਦੋਂ ਅਸੀਂ ਲੱਭ ਲੈਂਦੇ ਹਾਂ ਕਿਸ ਪਾਸੇ ਵੱਲ ਨੂੰ ਬੱਚੇ ਚੱਲਦੇ ਨੇ, ਕੁਝ ਬਹੁਤ ਕਮਾਲ ਦਾ ਮਿਊਜ਼ਿਕ ਵਜਾਉਂਦੇ ਨੇ, ਕੁਝ ਬੱਚੇ ਗਾਉਂਦੇ ਐਸਾ ਐਸਾ ਕਮਾਲ ਦੇ ਨੇ ਕਿ ਅਸੀਂ ਸ਼ਾਇਦ ਆਮ ਬੰਦਾ ਸੋਚ ਵੀ ਨਾ ਸਕੇ। ਪਰ ਕੁਝ ਸਵਾਲ ਜਦੋਂ ਇਹ ਬੱਚੇ ਪੁੱਛਦੇ ਨੇ ਵਾਕਈ ਲਾਜਵਾਬ ਕਰ ਜਾਂਦੇ ਨੇ। ਇਹੋ ਜਿਹੇ ਅਸਲ 'ਚ ਡਾਕਟਰ ਦੀ ਜ਼ਿੰਦਗੀ ਬੜੀ ਅਜੀਬ ਹੁੰਦੀ ਜੇ, ਕਈ ਕਿਸਮਾਂ ਦੇ ਇਸ ਤਰੀਕੇ ਦੇ ਸਾਰੇ ਵਾਰ ਜਿਨ੍ਹਾਂ ਨਾਲ ਪੈਂਦਾ ਜੇ। ਬਹੁਤ ਕੁਝ ਸਾਨੂੰ ਵੀ ਸਿੱਖਣ ਨੂੰ ਮਿਲਦਾ ਰਹਿੰਦਾ ਉਹਨਾਂ ਤੋਂ, ਕਿਉਂਕਿ ਕਈ ਵਾਰ ਮੈਂ ਸੱਚ ਦੱਸਦੀ ਹਾਂ ਕਿ ਮਾਂ ਜਾਂ ਪਿਓ ਖਿਝ ਵੀ ਜਾਂਦੇ ਨੇ ਜਦੋਂ ਉਹਨਾਂ ਨੂੰ ਕਹੀਦਾ ਕਿ ਬੱਚੇ ਤੁਸੀਂ ਇਹਦੇ ਨਾਲ ਸਮਾਂ ਬਿਤਾਉਣਾ ਹੈ, ਤੁਸੀਂ ਤਾਂ ਜੀ ਸਾਡਾ ਵਕਤ ਜ਼ਾਇਆ ਕਰ ਰਹੇ ਹੋ, ਕਿੰਨਾ ਕੁ ਸਮਾਂ ਲਾਵਾਂਗੇ। ਸੋ ਏਦਾਂ ਦੀਆਂ ਗੱਲਾਂ ਵੀ ਸੁਣਨੀਆਂ ਸਾਨੂੰ ਡਾਕਟਰਾਂ ਨੂੰ ਪੈ ਜਾਂਦੀਆਂ ਨੇ ਕੁਛ। ਪਰ ਗੱਲ ਇਹ ਹੈ ਕਿ ਪਤਾ ਹੀ ਹੁੰਦਾ ਕਿ ਉਹ ਅੱਗੇ ਹੀ ਥੋੜੇ ਟੈਨਸ਼ਨ 'ਚ ਨੇ, ਤੇ ਇਹ ਚੀਜ਼ ਚਲੋ ਇਸੇ ਤਰ੍ਹਾਂ ਹੀ ਚੱਲਦੀ ਜੇ। ਫਿਰ ਵੀ ਜਦ ਤੱਕ ਉਹ ਠਰਮਾ ਨਹੀਂ ਰੱਖਣਗੇ, ਜਦ ਤੱਕ ਇਸ ਚੀਜ਼ ਦੀ ਐਕਸੈਪਟੈਂਸ ਨਹੀਂ ਕਰਨਗੇ, ਉਦੋਂ ਤੱਕ ਇਹਨੂੰ ਠੀਕ ਨਹੀਂ ਕਰ ਸਕਣਗੇ। ਸੋ ਮੇਜਰ ਚੀਜ਼ ਵਾਕਈ ਇਸੇ ਤੇ ਖੜੀ ਹੈ, ਥੰਮ ਹੈ ਕਿ ਪਹਿਲਾਂ ਐਕਸੈਪਟ ਕਰੀਏ, ਫਿਰ ਉਹਦਾ ਅਸੀਂ ਠੀਕ ਕਰਨ ਵੱਲ ਨੂੰ ਤੁਰ ਸਕਦੇ। ਬਿਲਕੁਲ, ਕਿਉਂਕਿ ਇੱਕ ਬੱਚਾ ਜਦੋਂ ਪੈਦਾ ਹੁੰਦਾ ਹੈ, ਔਰ ਮੈਂ ਕਹਾਂਗੀ ਵੈਸੇ ਤਾਂ ਸਾਰੀ ਉਮਰ ਹੀ ਬੱਚਿਆਂ ਨੂੰ ਆਪਣੇ ਮਾਪਿਓ ਦੀ ਲੋੜ ਹੁੰਦੀ ਹੈ। ਸੁੱਖ ਦੁੱਖ ਦੇ ਵਿੱਚ ਦੁੱਖ ਸਭ ਤੋਂ ਪਹਿਲਾਂ, ਜਦ ਵੀ ਕੋਈ ਦੁੱਖ ਆਉਂਦਾ ਹੈ, ਭਾਵੇਂ ਕਿੰਨੇ ਕੁ ਵੀ ਉਮਰ ਦਾ ਹੋ ਜਾਵੇ ਇਨਸਾਨ, ਸਭ ਤੋਂ ਪਹਿਲਾਂ ਮਾਂ, ਮੂੰਹ ਦੇ ਵਿੱਚੋਂ ਮਾਂ ਸ਼ਬਦ ਹੀ ਨਿਕਲਦਾ। ਸੋ ਹਰ ਬੱਚੇ ਨੂੰ ਆਪਣੇ ਮਾਪਿਆਂ ਦੀ ਲੋੜ ਹੁੰਦੀ ਹੈ। ਲੇਕਿਨ ਇਹੋ ਜਿਹੇ ਜਿਹੜੇ ਰੱਬ ਦੇ ਆਪਣੇ ਬੱਚੇ ਹੁੰਦੇ ਆ, ਜਿਵੇਂ ਤੁਸੀਂ ਜ਼ਿਕਰ ਕੀਤਾ, ਕੁਝ ਸਪੈਸ਼ਲ ਚਾਈਲਡ ਹੁੰਦੇ ਨੇ, ਉਹਨਾਂ ਨੂੰ ਤਾਂ ਮਾਪਿਆਂ ਦੀ ਕੁਝ ਜ਼ਿਆਦਾ ਲੋੜ ਹੁੰਦੀ ਹੈ। ਸੋ ਉਹਨਾਂ ਨੂੰ ਐਕਸੈਪਟ ਕਰਨਾ, ਪੇਸ਼ੈਂਸ ਦੇ ਨਾਲ ਰਹਿਣਾ, ਔਰ ਉਸ ਤਰੀਕੇ ਦਾ ਇੱਕ ਐਨਵਾਇਰਨਮੈਂਟ ਸੁਣੋ ਅਤੇ ਸੁਨੱਖਾ ਸਿਰਜ ਕੇ ਦੇਣਾ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਕ ਕਿਉਂਕਿ ਤੁਸੀਂ ਅਕਸਰ ਤਜਰਬੇ ਕਰਦੇ ਹੋ ਇਸ ਤਰ੍ਹਾਂ ਦੇ ਬੱਚਿਆਂ ਦੇ ਨਾਲ, ਜਾਂ ਇਸ ਤਰ੍ਹਾਂ ਦੇ ਸਿਚੁਏਸ਼ਨਸ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਨਵੀਂ ਖੋਜ ਜੋ ਹੈ ਉਹ ਹੁਣ ਇਸ ਤਰੀਕੇ ਨਾਲ ਇਸ਼ਾਰਾ ਦੇ ਰਹੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਔਟਿਜ਼ਮ ਜਾਂ ਬੱਚਿਆਂ ਦੇ ਵਿੱਚ ਇਸ ਤਰੀਕੇ ਦੀ ਬਿਮਾਰੀ, ਕਿ ਅੱਜ ਅਸੀਂ ਅਗਰ ਜੇਕਰ ਜ਼ਿਕਰ ਕਰੀਏ ਕਿ ਇਹ ਅਲਾਰਮਿੰਗ ਸਿਚੁਏਸ਼ਨ ਬਣ ਗਈ ਹੈ, ਸਾਨੂੰ ਜਾਗਣ ਦੀ ਲੋੜ ਹੈ। ਬਿਲਕੁਲ, ਕਿਉਂਕਿ ਅਸਲ ਵਿੱਚ ਜਿਹੜੀ ਹੁਣ ਲੇਟੈਸਟ ਖੋਜ ਆਈ ਸੀ, ਜਿਸ ਵਿੱਚ ਇਹ ਆ ਗਿਆ ਕਿ ਜਦੋਂ ਮਾਂ ਆਪਣੇ ਢਿੱਡ ਤੇ ਮੋਬਾਈਲ ਲੈ ਕੇ ਜਾਂ ਏਦਾਂ ਲੈਪਟਾਪ ਲੈ ਕੇ ਬੈਠ ਜਾਂਦੇ ਨੇ ਤੇ ਘੰਟਿਆਂ ਬੱਧੀ ਉਹਦੇ ਤੇ ਲੱਗੇ ਰਹਿੰਦੇ ਨੇ, ਉਹ ਤਰੰਗਾਂ ਅੰਦਰ ਜਾ ਰਹੀਆਂ ਨੇ, ਜਿਸ ਤੇ ਕੁਝ ਸਟੱਡੀਜ਼ ਅਜੇ ਚੱਲ ਰਹੀਆਂ ਨੇ, ਕੁਝ ਦੇ ਰਿਜ਼ਲਟਸ ਆ ਚੁੱਕੇ ਨੇ। ਸੋ ਦੇਖੋ, 에ਅਰ ਪੋਲਿਊਸ਼ਨ ਅਸੀਂ ਕੀਤੀ, ਨੋਇਜ਼ ਪੋਲਿਊਸ਼ਨ ਅਸੀਂ ਕੀਤੀ ਜੇ ਸਾਡੇ ਜੀਨ ਦੇ ਵਿੱਚ ਨੁਕਸੇ, ਤੇ ਆਪਾਂ ਨਹੀਂ ਉਹਦੇ ਵਿੱਚ ਹੁਣ ਕੁਝ ਵੀ ਕਰ ਸਕਦੇ। ਪਰ ਜੇ ਅਸੀਂ ਆਪ ਹੀ ਲੇਟ ਪ੍ਰੈਗਨੈਂਸੀ ਕਰ ਰਹੇ ਹਾਂ, ਆਪ ਹੀ ਖੁਰਾਕ ਦੇ ਖਿਆਲ ਨਹੀਂ ਰੱਖ ਰਹੇ, ਆਪ ਹੀ ਸਟ੍ਰੈਸ ਪਾਲ ਰਹੇ ਹਾਂ, ਤਾਂ ਫਿਰ ਅਸੀਂ ਕਾਰਨ ਵੀ ਤਾਂ ਆਪ ਹੀ ਆ ਨਾ। ਜੇ ਸਾਨੂੰ ਕਾਰਨ ਲੱਭ ਚੁੱਕੇ ਨੇ ਤਾਂ ਮਤਲਬ ਹੈ ਕਿ ਅਸੀਂ ਜੇ ਖਿੜੇ ਮੱਥੇ ਰਹੀਏ, ਖੁਸ਼ ਰਹੀਏ, ਉਸ ਬੱਚੇ ਨੂੰ ਉਸੇ ਤਰ੍ਹਾਂ ਦੀਆਂ ਤਰੰਗਾਂ ਜਾਣਗੀਆਂ। ਇੰਝ ਹੀ ਜੇ ਅਸੀਂ ਖੁਰਾਕ ਸਹੀ ਰੱਖ ਸਕੀਏ ਤਾਂ ਫਿਰ ਉਹੀ
ਸੁਨੇਹਾ ਬੱਚੇ ਨੂੰ ਵੀ ਉਸੇ ਤਰ੍ਹਾਂ ਜਾਂਦਾ, ਉਹ ਸਾਰੀ ਤੱਤ ਪਹੁੰਚ ਜਾਂਦੇ ਨੇ ਜਿਹਦੇ ਨਾਲ ਬੱਚੇ ਦਾ ਦਿਮਾਗ ਤੰਦਰੁਸਤ ਰਹਿੰਦਾ। ਜਿਨ੍ਹਾਂ 'ਚ ਦੱਸਦੇ ਆ, ਇਹ ਵੀ ਖੋਜ ਆ ਚੁੱਕੀ ਹੈ ਕਿ ਅੱਧਾ ਚਮਚ ਸਿਰਫ ਤਿਲ, ਚਿੱਟੇ ਤਿਲ ਜੋ ਤੁਸੀਂ ਰਿਓੜੀਆਂ ਵਗੈਰਾ ਤੇ ਦੇਖ ਲੈਂਦੇ ਹੋ, ਜੇ ਉਹ ਰੋਜ਼ਾਨਾ ਮਾਂ ਪਰੌਂਠੀ ਦੇ ਵਿੱਚ ਪਾ ਕੇ ਸਵੇਰੇ ਇੰਨੇ ਕੁ ਖਾਂਦੀ ਰਵੇ ਤਾਂ ਇਹਦੇ ਨਾਲ ਵੀ ਬੱਚੇ ਦਾ ਦਿਮਾਗ ਤੰਦਰੁਸਤ ਰਹਿੰਦਾ, ਉਹਦੇ ਕਾਫੀ ਤਗੜਾ। ਯਾਨੀ ਮੈਂ ਤੁਹਾਨੂੰ ਤਾਂ ਦੱਸ ਰਹੀ ਸਾਂ, ਨਿਊਟ੍ਰੀਸ਼ਨ ਥੈਰੇਪੀਜ਼ ਬਹੁਤ ਸਾਰੀਆਂ ਆ ਚੁੱਕੀਆਂ ਨੇ। ਅਹ ਪਰ ਇਹ ਸਾਰੇ ਕੁਝ ਦੇ ਵਿੱਚ ਹੁਣ ਜੀਨ ਥੈਰੇਪੀਜ਼ ਵੀ ਸਟਾਰਟ ਹੋਈਆਂ ਨੇ, ਜਿਹੜੀਆਂ ਉਹ ਅਜੇ ਕਿਉਂਕਿ ਇਹ ਬਹੁਤੀਆਂ ਅਜ਼ਮਾਈਆਂ ਨਹੀਂ ਗਈਆਂ, ਹੋ ਸਕਦਾ ਅੱਗੋਂ ਆ ਕੇ ਇਹਦੇ ਵਿੱਚ ਕਾਫੀ ਹੋਰ ਤਜਰਬੇ ਸਾਡੇ ਸਫਲ ਹੋ ਜਾਣ, ਇਸ ਦੇ ਚ ਕਾਫੀ ਇੰਪਰੂਵਮੈਂਟ ਦਿਖੇ। ਪਰ ਗੱਲ ਇਹ ਹੈ ਕਿ ਜੇ ਅਸੀਂ ਪਹਿਲਾਂ ਹੀ ਤਣਾਅ ਨਾ ਰੱਖੀਏ, ਚੀਜ਼ ਹੋਣ ਹੀ ਨਾ ਦਈਏ, ਖੁਰਾਕ ਠੀਕ ਰੱਖੀਏ, ਤਾਂ ਫਿਰ ਬਹੁਤ ਸਾਰੇ ਕੇਸ ਇਹਨਾਂ ਤੋਂ ਬਚ ਜਾਣਗੇ। ਤੇ ਪਹਿਲੀ ਚੀਜ਼ ਕਿ ਸਮਾਂ ਅਸੀਂ ਬੱਚੇ ਨੂੰ ਦੇਣਾ, ਉਹਦੇ ਲਈ ਤੁਸੀਂ ਸਵੈਟਰ ਬੁਣ ਲਓ, ਉਹਦੇ ਲਈ ਚੀਜ਼ਾਂ ਖਰੀਦ ਲਿਆ, ਉਹਦੇ ਲਈ ਕਮਰਾ ਤਿਆਰ ਕਰ ਲਓ, ਬਜਾਏ ਕਿ ਆਪਾਂ ਮੋਬਾਈਲ ਤੇ ਸਾਰਾ ਦਿਨ ਚਿੰਬੜੇ ਰਹੀਏ। ਉਹ ਚੀਜ਼ ਤਾਂ ਹੁਣ ਬੱਚੇ ਵਾਸਤੇ ਛੱਡਣੀ ਹੀ ਪਏਗੀ। ਕਿ ਸ਼ਾਇਦ ਇਸੇ ਕਰਕੇ ਜੇਕਰ ਪਿਛਲੇ ਪੁਰਾਣੇ ਸਮੇਂ ਦਾ ਜ਼ਿਕਰ ਕੀਤਾ ਜਾਵੇ, ਸਾਡੀਆਂ ਮਾਵਾਂ ਸਾਡੀਆਂ ਦਾਦੀਆਂ ਦੇ ਸਮੇਂ ਦਾ ਜ਼ਿਕਰ ਕੀਤਾ ਜਾਵੇ, ਜਿਸ ਟਾਈਮ ਉਹ ਕਨਸੀਵ ਕਰਦੀਆਂ ਸੀ, ਉਸ ਵੇਲੇ ਵੈਸੇ ਤਾਂ ਟੀਵੀ ਹੁੰਦੇ ਹੀ ਬਹੁਤ ਘੱਟ ਸੀ, ਮੋਬਾਈਲ ਉਸ ਵੇਲੇ ਹੁੰਦੇ ਨਹੀਂ ਸੀ ਦਾਦੀਆਂ ਦੇ ਟਾਈਮ ਤੇ, ਔਰ ਉਸ ਵੇਲੇ ਉਹਨਾਂ ਨੂੰ ਵੇਖਣ ਵੀ ਨਹੀਂ ਦਿੱਤਾ ਜਾਂਦਾ ਸੀ, ਨਾ ਇਹੋ ਜਿਹੀ ਖਬਰਾਂ, ਨਾ ਅਖਬਾਰ, ਮੈਗਜ਼ੀਨਸ ਹੁੰਦੇ ਸੀ, ਮੈਗਜ਼ੀਨਸ ਤੱਕ ਪੜ੍ਹਨ ਦੀ ਇਜਾਜ਼ਤ ਨਹੀਂ ਹੁੰਦੀ ਸੀ, ਤਾਂ ਕਿ ਜੋ ਗਰਭ ਦੇ ਵਿੱਚ ਬੱਚਾ ਕੁੱਖ ਦੇ ਵਿੱਚ ਪਲ ਰਿਹਾ ਉਸ ਦੇ ਵਿੱਚ ਗਲਤ ਤਰੰਗਾਂ ਨਾ ਜਾਣ ਜਾਂ ਗਲਤ ਚੀਜ਼ਾਂ ਨਾ ਜਾਣ, ਜਿਸ ਦੇ ਨਾਲ ਬੱਚਾ ਹੈ। ਤਾਂ ਉਹ ਕਹਿੰਦੇ ਸੀ ਕਿ ਪਾਠ ਕਰਦੇ ਰਹੋ, ਸਿਮਰਨ ਕਰਦੇ ਰਹੋ, ਗੁਰਬਾਣੀ ਸੁਣੋ, ਤਾਂ ਕਿ ਚੰਗੀਆਂ ਚੀਜ਼ਾਂ ਸੁਣੋਗੇ, ਸਾਖੇ ਸੁਣੋਗੇ ਤਾਂ ਉਸ ਦੇ ਨਾਲ ਚੰਗੀਆਂ ਚੀਜ਼ਾਂ ਕਿਤੇ ਨਾ ਕਿਤੇ ਉਹ ਕੁੱਖ ਦੇ ਵਿੱਚ ਪਲ ਰਹੀ ਉਸ ਜੀ ਨੂੰ ਵੀ ਮਿਲਣਗੀਆਂ। ਸੋ ਤੁਸੀਂ ਲੱਛਣ ਵੀ ਦੱਸੇ, ਤੁਸੀਂ ਦੱਸਿਆ ਕਿ ਅੱਜ ਦੇ ਸਮੇਂ ਦੇ ਵਿੱਚ ਇਲਾਜ ਕਿਸ ਤਰੀਕੇ ਦੇ ਨੇ, ਖੁਰਾਕ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ। ਲੇਕਿਨ ਇਸ ਸ਼ੋਅ ਦਾ ਮਤਲਬ ਤਾਈਓ ਪੂਰਾ ਹੁੰਦਾ ਜਦ ਅਸੀਂ ਦਰਸ਼ਕਾਂ ਨੂੰ ਟਿਪ ਜ਼ਰੂਰ ਦਿੰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਲਈ ਖਾਸ ਟਿਪ ਦਰਸ਼ਕਾਂ ਦੇ ਨਾਮ ਹੈ। ਇੱਕ ਆਖਰੀ ਟਿਪ ਸਾਂਭ ਕੇ ਰੱਖੀ ਸੀ ਕਿ ਭਾਈ ਸਾਂਝੇ ਟੱਬਰ ਜਦੋਂ ਤੱਕ ਹੁੰਦੇ ਸਨ ਨਾ, ਉਦੋਂ ਔਟਿਜ਼ਮ ਦਿਖਦਾ ਨਹੀਂ ਸੀ। ਅੱਜ ਦੇ ਦਿਨ ਅਸੀਂ ਇਹ ਅਹਿਮੀਅਤ ਭੁੱਲ ਗਏ ਹਾਂ। ਅੱਜ ਵੀ ਜੇ ਸਾਂਝੇ ਟੱਬਰ ਹੋਣ, ਸਾਡੇ ਉਹ ਬਾਲ ਜਿਹੜੇ ਆਪਣੇ ਆਪ ਤੱਕ ਸੀਮਤ ਹੋ ਰਹੇ ਨੇ, ਜੇ ਦਾਦੀਆਂ ਨਾਨੀਆਂ ਦੇ ਇਸੇ ਤਰ੍ਹਾਂ ਕਹਾਣੀਆਂ ਦੇ ਵਿੱਚ ਗੁੰਮ ਹੋ ਜਾਣ, ਦਾਦੇ ਨਾਨੇ ਦੇ ਕੰਧਾੜੇ ਚੜ ਜਾਣ, ਘੋੜਾ ਘੋੜਾ ਖੇਡਣ, ਸਾਰਾ ਦਿਨ ਉਹਨਾਂ ਦੇ ਨਾਲ ਹੱਸਦੇ ਹੋਏ, ਮੁਸਕਰਾਉਂਦੇ ਹੋਏ, ਲੜਦੇ ਹੋਏ, ਝਗੜਦੇ ਹੋਏ, ਉਹੀ ਵਾਪਸ ਖੇੜਾ ਜੇ ਘਰ ਦੇ ਅੰਦਰ ਆ ਜਾਏ ਨਾ, ਸੱਚ ਦੱਸਾਂ ਔਟਿਜ਼ਮ ਦਿਸਣਾ ਵੀ ਨਹੀਂ। ਸੋ ਸਾਨੂੰ ਉਹ ਸਾਂਝੇ ਟੱਬਰਾਂ ਦਾ ਸੰਕਲਪ ਵਾਪਸ ਲਿਆਉਣਾ ਪੈਣਾ ਜੇ, ਜਿਹੜੇ ਅਸੀਂ ਬਜ਼ੁਰਗ ਘਰ ਬਣਾ ਕੇ ਘਰੋਂ ਬਾਹਰ ਕੱਢੇ ਨੇ ਨਾ, ਤਾਂ ਰੱਬ ਨੇ ਇੱਕ ਦੂਜਾ ਢੰਗ ਲੱਭ ਲਿਆ ਕਿ ਤੁਹਾਡਾ ਬੱਚਾ ਹੀ ਤੁਹਾਡੇ ਤੋਂ ਵੱਖ ਹੋ ਚੱਲਿਆ ਜੇ, ਤੁਹਾਡੇ ਨਾਲ ਅੱਖਾਂ ਵੀ ਨਹੀਂ ਮਿਲਾਏਗਾ। ਜੇ ਤੁਸੀਂ ਆਪਣੇ ਮਾਪਿਆਂ ਤੋਂ ਅੱਖਾਂ ਪਰਾਂ ਕੀਤੀਆਂ ਨੇ, ਤੁਹਾਡੇ ਬੱਚੇ ਨੇ ਪਰਾਂ ਕਰ ਲੈਣੀਆਂ। ਸੋ ਕੋਸ਼ਿਸ਼ ਕਰੀਏ ਉਹੀ ਸਾਂਝ, ਉਹੀ ਸਾਂਝੇ ਟੱਬਰ, ਉਹੀ ਵੱਡੇ ਵਡੇਰਿਆਂ ਦੇ ਬੇਸ਼ਕੀਮਤੀ ਜੋ ਉਹਨਾਂ ਦੇ ਗਿਆਨ, ਉਹਨਾਂ ਦੇ ਤਜਰਬੇ ਲੁਕੇ ਪਏ ਨੇ, ਉਹ ਜੇ ਸਾਂਝੇ ਕਰ ਲੈਣ ਤਾਂ ਬੱਚਿਆਂ ਦੇ ਵਿੱਚ ਇਸ ਤਰੀਕੇ ਦੇ ਮਨੋਰੋਗ ਕਦੇ ਵੀ ਨਹੀਂ ਹੋਣਗੇ। ਤੇ ਅਜਿਹੇ ਘਰਾਂ ਵਿੱਚ ਜਿੱਥੇ ਝਗੜੇ ਨਹੀਂ ਹੁੰਦੇ, ਡਾਈਵੋਰਸਿਸ ਨਹੀਂ ਹੁੰਦੇ, ਉੱਥੇ ਇਹਨਾਂ ਘਰਾਂ ਦੇ ਵਿੱਚ ਖੇੜੇ ਖੁਸ਼ੀਆਂ ਰੱਜ ਕੇ ਹੁੰਦੇ ਨੇ, ਬਿਮਾਰੀ ਵੜ ਨਹੀਂ ਸਕਦੀ। ਸੋ ਕਾਸ਼ ਅਸੀਂ ਕਿਤੇ ਉਸੇ ਪਾਸੇ ਵੱਲ ਨੂੰ ਤੁਰੀਏ। ਬਹੁਤ ਕੁਛ ਅਸੀਂ ਪੱਛਮ ਤੋਂ ਲਿਆ, ਪੱਛਮੀ ਸੱਭਿਅਤਾ ਦਾ ਅਪਣਾਇਆ, ਪਰ ਪੱਛਮੀ ਸੱਭਿਅਤਾ ਵਾਪਸ ਉਸੇ ਪਾਸੇ ਚੱਲੀ ਜੇ ਖੋਜ ਇਹੀ ਦੱਸਦੀ ਜੇ ਕਿ ਬੱਚਿਆਂ ਨੂੰ ਆਪਣੇ ਗ੍ਰੈਂਡ ਪੇਰੈਂਟਸ ਕੋਲ ਰਹਿਣ ਦਿਓ, ਤਾਂ ਫਿਰ ਅਸੀਂ ਆਪਣੀ ਏਡੀ ਬੇਸ਼ਕੀਮਤੀ ਸੱਭਿਅਤਾ ਕਿਉਂ ਦਫਨ ਕਰ ਰਹੇ ਹਾਂ? ਕਦੇ ਇਹ ਵੀ ਅਜ਼ਮਾ ਕੇ ਵੇਖੋ ਕਿ ਬੱਚੇ ਆਪਣੇ ਦਾਦਿਆਂ ਨਾਨਿਆਂ ਦੇ ਨਾਲ ਰਹਿ ਕੇ ਕਿਵੇਂ ਰੋਗ ਮੁਕਤ ਵੀ ਹੋਣਗੇ, ਕਿਵੇਂ ਆਪਣੀ ਜ਼ਬਾਨ, ਆਪਣੇ ਸੱਭਿਆਚਾਰ ਦੇ ਨਾਲ ਵੀ ਜੁੜਨਗੇ, ਤੇ ਕਿਵੇਂ ਪੂਰਾ ਇਤਿਹਾਸ ਸਾਂਭ ਕੇ ਅਗਲੀ ਪੀੜ੍ਹੀ ਤੱਕ ਵੀ ਪਹੁੰਚਾਉਣਗੇ। ਬਹੁਤ ਬਹੁਤ ਸੋਹਣੀ ਗੱਲ ਔਰ ਬਹੁਤ ਸੋਹਣਾ ਟਿਪ। ਔਰ ਇਸ ਤੋਂ ਮੈਨੂੰ ਲੱਗਦਾ ਕਿ ਸਾਰੇ ਪ੍ਰੋਗਰਾਮ ਦਾ ਅੱਜ ਦਾ ਅਹਿਸਾਸ ਸੀਗਾ, ਇਸ ਤੋਂ ਉੱਤੇ ਕੁਝ ਨਹੀਂ ਹੋ ਸਕਦਾ। ਅੱਜ ਮੈਮ ਨੇ ਦੱਸਿਆ ਕਿ ਕੀ ਖਾਣਾ ਚਾਹੀਦਾ ਹੈ, ਕਿਸ ਤਰੀਕੇ ਦੇ ਨਾਲ ਬਚਾਉਣਾ ਚਾਹੀਦਾ ਹੈ, ਕਿਸ ਤਰੀਕੇ ਨਾਲ ਬਚਾਅ ਕਰ ਸਕਦੇ ਹਾਂ। ਉਹ ਸ਼ਾਇਦ ਸਾਰੀਆਂ ਮੈਡੀਕਲ ਥਿੰਗਸ ਹੋ ਸਕਦੀਆਂ ਔਰ ਟੈਕਨੀਕਲ ਥਿੰਗਸ ਹੋ ਸਕਦੀਆਂ, ਲੇਕਿਨ ਇਹ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਸਾਨੂੰ ਅੱਜ ਸਾਂਭਣ ਦੀ ਲੋੜ ਹੈ। ਪਹਿਲੇ ਸਮੇਂ ਦੇ ਵਿੱਚ ਤਾਈਓ ਕਹਿੰਦੇ ਕਿ ਘਰ ਦੇ ਵਿੱਚ ਬਹੁਤ ਸਾਰੇ ਬੱਚੇ ਹੁੰਦੇ ਸੀ। ਅਸੀਂ ਇਹ ਨਹੀਂ ਜ਼ਿਕਰ ਕਰ ਰਹੇ ਕਿ ਪਾਪੂਲੇਸ਼ਨ ਵਧਾਉਣੀ ਚਾਹੀਦੀ ਹੈ, ਲੇਕਿਨ ਨਹੀਂ, ਘਰ
ਦੇ ਵਿੱਚ 4 ਅਗਰ ਜੀ ਨੇ, ਦਾਦਾ ਦਾਦੀ, ਮੰਮਾ ਪਾਪਾ ਤੇ ਪੰਜਵਾਂ ਉਹ ਜਵਾਕ ਜਿਹੜਾ ਬਹੁਤ ਸੁਨਹਿਰੇ ਸੁਪਨੇ ਲੈ ਕੇ ਆਇਆ, ਜਿਸ ਨੂੰ ਜ਼ਿੰਦਗੀ ਰੱਬ ਨੇ ਦਿੱਤੀ ਹੈ, ਉਸ ਨੂੰ ਅਸੀਂ ਬਹੁਤ ਸੁਨਹਿਰਾ ਇੱਕ ਸਮਾਂ, ਇੱਕ এনवायरमेंट, ਇੱਕ ਭਵਿੱਖ ਆਉਣ ਵਾਲੇ ਸਮੇਂ ਦੇ ਵਿੱਚ ਦੇ ਸਕਦੇ ਹਾਂ। ਇੱਕ ਅਜਿਹਾ ਇਨਸਾਨ ਉਸ ਚੌਗਿਰਦੇ ਦੇ ਵਿੱਚੋਂ ਬਣਾ ਸਕਦੇ ਹਾਂ ਜਿਹੜਾ ਸਮਾਜ ਦੇ ਲਈ ਇੱਕ ਬਹੁਤ ਸੋਹਣਾ ਭਵਿੱਖ ਬਣ ਕੇ ਨਿਕਲੇਗਾ ਆਉਣ ਵਾਲੇ ਸਮੇਂ ਦੇ ਵਿੱਚ। ਸੋ ਮੈਮ, ਅੱਜ ਦੇ ਇਸ ਕੀਮਤੀ ਪ੍ਰੋਗਰਾਮ ਦੇ ਵਿੱਚ ਆਪਣੇ ਵਿਊਜ਼, ਆਪਣੇ ਵਿਚਾਰ ਸਾਂਝੇ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਸੋ ਸਾਂਝੀ ਗੱਲਬਾਤ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਆਣਾ ਹੀ ਦੇਸ਼ ਦੁਨੀਆ ਦੀ तमाम ਵੱਡੀ ਖਬਰਾਂ ਤੇ ਹੋਰ ਪ੍ਰੋਗਰਾਮਸ ਦੇ ਲਈ ਤੁਸੀਂ ਜੁੜੇ ਰਹੋ ਸਾਂਝਾ ਟੀਵੀ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।